KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 23 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਯਾਨੀ ਕਿ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਨੇ ਤੇ ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਫਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਵੈਸੇ ਪਾਲ ਵੀ ਹੈ ਮੇਰੇ ਨਾਂ ਦੇ ਵਿੱਚ ਕੋਈ ਗੱਲ ਨਹੀਂ। ਸ਼ੁਭ ਸਵੇਰ ਔਰ ਪਰਦਿਆਂ ਦਾ ਕਰਕੇ ਦਿਸਦਾ ਨਹੀਂ ਕਿ ਸ਼ੁਭ ਸਵੇਰ ਹੈ ਵੀ ਬਾਹਰ। ਸਾਡੇ ਵੱਲੋਂ ਸ਼ੁਭ ਸਵੇਰ ਆ। ਹਾਂਜੀ ਬਿਲਕੁਲ ਡਾਕਟਰ ਸਾਹਿਬ ਸ਼ੁਭ ਸਵੇਰ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਖਬਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਤੇ UK ਲਈ ਸਿੱਧੀਆਂ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਹੈਗੀਆਂ ਤੁਰੰਤ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਆ। ਮੈਨੂੰ ਯਾਦ ਹੈ ਪਿਛਲੀ ਵਾਰ 2014 ਚ ਸ਼ਾਇਦ ਸੀ ਇੱਥੇ ਮੇਅਰ ਦੀ ਇਲੈਕਸ਼ਨ ਤੇ ਇੱਕ ਮੇਅਰ ਦੇ ਕੈਂਡੀਡੇਟ ਕਹਿ ਰਹੇ ਸੀ ਕਿ ਸਰੀ ਦੇ ਵਿੱਚ ਮੈਂ ਇੰਟਰਨੈਸ਼ਨਲ ਏਅਰਪੋਰਟ ਬਣਾਉਂਗਾ। ਹਾਂਜੀ। ਹੁਣ ਜੇ ਗੱਪ ਹੀ ਮਾਰਨੀ ਆ ਪਹਿਲਾਂ ਦੇਖ ਤਾਂ ਲਓ ਵੀ ਤੁਹਾਡਾ ਜੁਰਿਸਡਿਕਸ਼ਨ ਹੈਗਾ ਵੀ ਕਿ ਨਹੀਂ ਜੀ। ਤੁਸੀਂ ਉਹ ਕਹੋ ਵੀ ਜਿਹੜੇ ਸਰੀ ਵਾਲੇ ਅਸੀਂ ਕਰ ਸਕਦੇ ਹਾਂ। ਆ ਪੋਰਟ ਹੋਲ ਫਿਕਸ ਕਰਨੇ ਆ ਇਹਨਾਂ ਨੇ, ਇਹ ਇੰਨਾ ਇੱਕ ਅਧਿਕਾਰ ਖੇਤਰ ਹੈਗਾ ਤੁਹਾਡਾ ਜੀ। ਤੇ ਭਗਵੰਤ ਮਾਨ ਪਤਾ ਨਹੀਂ ਕਿਹੜਾ ਨਸ਼ਾ ਲਾ ਕੇ ਕਹਿ ਦਿੰਦੇ ਕੁਛ। ਹੁਣ ਇੰਟਰਨੈਸ਼ਨਲੀ ਇੰਡੀਆ ਵਾਲਿਆਂ ਦਾ ਇੱਕ ਐਗਰੀਮੈਂਟ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਨੰਬਰ ਆਫ ਏਅਰਪੋਰਟਸ ਤੇ ਕਿਹਾ ਕਿ ਇੱਥੇ ਅੰਤਰਰਾਸ਼ਟਰੀ ਉਡਾਨਾਂ ਜਾ ਸਕਦੀਆਂ। ਉਹਨਾਂ ਦੇ ਵਿੱਚ ਮੋਹਾਲੀ ਵੀ ਆਉਂਦਾ, ਉਹਨਾਂ ਦੇ ਵਿੱਚ ਅੰਮ੍ਰਿਤਸਰ ਵੀ ਆਉਂਦਾ। ਇਸ ਵੇਲੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਜ਼ਿਆਦਾ ਸਾਡੇ ਦਿੱਲੀ ਤੋਂ, ਚੇਨਈ ਤੋਂ, ਮੁੰਬਈ ਤੋਂ ਤੇ ਕਲਕੱਤੇ ਜ਼ਿਆਦਾ ਜਾਂਦੀਆਂ। ਵੈਸੇ ਅੰਮ੍ਰਿਤਸਰ ਤੋਂ ਜਾਂਦੀਆਂ ਮਿਡਲ ਈਸਟ ਤੋਂ। ਪਰ ਹੁਣ ਇਹ ਸਵਾਲ ਆਉਂਦਾ ਕਿ ਇਹ ਕਿਹਨਾਂ ਨੂੰ ਅਪੀਲ ਕਰਨ ਲੱਗੇ ਆ, ਕਿਹੜੇ ਲੋਕਾਂ ਨੂੰ ਦੱਸਣ ਲੱਗੇ। ਉੱਥੇ ਗਏ ਹੋਣੇ ਕੋਈ 4 ਬੰਦੇ ਕੈਨੇਡਾ ਦੇ ਜਾਂ ਅਮਰੀਕਾ ਦੇ ਜਿਨ੍ਹਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ। ਕਦੇ ਸੋਚਣ ਦੀ ਗੱਲ ਹੁੰਦੀ ਹੈ ਕਿ ਸੋਚ ਕੇ ਗੱਲ ਕਰਨੀ ਚਾਹੀਦੀ ਹੈ। ਪਹਿਲਾਂ ਸੋਚੋ ਤੇ ਫਿਰ ਬੋਲੋ। ਹਾਂਜੀ। ਇਹਨਾਂ ਨੇ ਇਹ ਪੜਿਆ ਕਿ ਪਹਿਲਾਂ ਬੋਲੋ ਸੋਚੋ ਨਾ ਜੀ। ਨੋ ਪਹਿਲਾਂ ਤੋਲੋ ਤੇ ਫਿਰ ਬੋਲੋ। ਨਹੀਂ, ਇਹਨਾਂ ਨੇ ਲਿਖਿਆ ਵੀ ਪਹਿਲਾਂ ਬੋਲੋ ਤੇ ਤੋਲੋ ਬਿਲਕੁਲ ਨਾ ਜੀ। ਬਿਲਕੁਲ। ਤੇ ਹੁਣ ਹੈਗੀ ਹੈ ਇੰਟਰਨੈਸ਼ਨਲ ਫਲਾਈਟਸ ਕਿਉਂ ਨਹੀਂ ਜਾਂਦੀਆਂ ਅੰਮ੍ਰਿਤਸਰ। ਜਿਹੜੀਆਂ ਇੰਟਰਨੈਸ਼ਨਲ ਜਿੰਨੀਆਂ ਵੀ ਏਅਰਲਾਈਨਸ ਆ ਉਹ ਸਭ ਤੋਂ ਪਹਿਲਾਂ ਦੇਖਦੀਆਂ ਬਿਜ਼ਨਸ ਸਾਡਾ ਕਿਹੜਾ ਗੁੱਡ ਆ। ਉੱਥੇ ਜਦੋਂ ਦਿੱਲੀ ਨੂੰ ਫਲਾਈਟਸ ਲੈ ਕੇ ਜਾਂਦੇ ਆ, ਦਿੱਲੀ ਦੇ ਵਿੱਚ ਨੰਬਰ 1 ਤੇ ਉਹਨਾਂ ਦੀਆਂ ਬਿਜ਼ਨਸ ਕਲਾਸ ਦੇ ਵਿੱਚ ਪੈਸੇ ਬਣਾਉਂਦੇ ਆ, ਫਸਟ ਕਲਾਸ 'ਚੋਂ ਪੈਸੇ ਬਣਾਉਂਦੇ ਆ। ਅੰਮ੍ਰਿਤਸਰ ਨੂੰ ਜਿਹੜੀਆਂ ਫਲਾਈਟਸ ਜਾਂਦੀਆਂ ਉਹਨਾਂ ਦੇ ਵਿੱਚ ਬਿਜ਼ਨਸ ਕਲਾਸ ਤੇ ਫਸਟ ਕਲਾਸ ਬਹੁਤ ਘੱਟ ਲੋਕ ਖਰੀਦਦੇ ਆ। ਦੂਸਰਾ ਉਹਨਾਂ ਨੂੰ ਚਾਹੀਦੀਆਂ ਅੱਜ ਕੱਲ੍ਹ ਕੰਪਨੀਆਂ ਦੇ ਵੱਖ-ਵੱਖ ਕੰਪਨੀਆਂ ਜਿਹੜੀਆਂ ਨਾ ਉਹ ਤੁਹਾਡਾ ਕਰੀਅਰ ਦਾ ਜ਼ਿਆਦਾ ਬਿਜ਼ਨਸ ਹੈ ਜੀ। ਤੁਸੀਂ ਵੈਸੇ ਨਾਰਥ ਅਮਰੀਕਾ ਦੇ ਜਿਹੜੇ ਸਾਡੇ ਪੈਸੇਂਜਰ ਆ ਇੱਥੋਂ ਯਾਤਰੀ ਜਾਂਦੇ ਇਹਨਾਂ ਨੂੰ 2 ਵੱਡੇ ਟੈਚੀ ਤੁਸੀਂ ਪੈਸੇ ਇੰਡੀਆ 'ਚ ਕਹਿੰਦੇ ਹੁੰਦੇ ਅਸੀਂ ਟੈਚੀ ਤੋਂ ਪਛਾਣ ਲੈਂਦੇ ਹਾਂ ਕਿ ਇਹ ਬੰਦਾ ਕੈਨੇਡਾੋਂ ਆਇਆ। ਉਹਨਾਂ ਦੇ ਕੋਲ ਬਹੁਤ ਵੱਡੇ 70 ਪਾਉਂਡ ਦੇ ਟੈਚੀ ਫੜੇ ਹੁੰਦੇ। ਹਾਂਜੀ। ਤੇ ਉਹਦੇ ਨਾਲ ਉਹਨਾਂ ਨੂੰ ਕੋਈ ਪੈਸਾ ਨਹੀਂ ਬਣਦਾ। ਤਾਂ ਜਿਹੜਾ ਕਾਰਗੋ ਲਿਆਉਂਦੇ ਆ ਉਹ ਤਾਂ ਇੱਕ ਯਾਤਰੀ ਨੇ $700 ਦੀ ਟਿਕਟ ਲਈ ਆ ਤਾਂ ਉਹ 2 ਨਾਲ ਟੈਚੀ ਲਈ ਫਿਰਦਾ। ਪੈਸੇ ਤਾਂ ਬਣਦੇ। ਇੱਕ ਲਿਫਾਫਾ ਲੈ ਜਾਓ ਕਰੀਅਰ ਕੰਪਨੀ ਦਾ ਜਿਹਦੇ ਵਿੱਚੋਂ ਤੁਹਾਨੂੰ $7-8 ਮਿਲਣ ਇੱਕ ਏਅਰਲਾਈਨ ਨੂੰ। ਤਾਂ ਕਰੀਅਰ ਤੋਂ ਪੈਸੇ ਬਣਾਉਂਦੇ ਆ ਜੀ। ਤਾਂ ਕਰੀਅਰ ਦੇ ਵਿੱਚ ਮਲਟੀਨੈਸ਼ਨਲ ਕਾਰਪੋਰੇਸ਼ਨ ਤਾਂ ਹੈ ਨਹੀਂ ਹੈ ਸਾਡੇ ਮੋਹਾਲੀ ਦੇ ਵਿੱਚ ਤੇ ਨਾ ਅੰਮ੍ਰਿਤਸਰ ਆ। ਇਸ ਕਰਕੇ ਜਿਹੜੀਆਂ ਏਅਰਲਾਈਨਸ ਆ ਖੁਦ ਨਹੀਂ ਉੱਥੇ ਜਾਣਾ ਚਾਹੁੰਦੀਆਂ। ਭਗਵੰਤ ਮਾਨ ਨੂੰ ਸ਼ਾਇਦ ਨਹੀਂ ਪਤਾ। ਉਹਨਾਂ ਨੂੰ ਜਿਹੜੇ ਬੰਦਿਆਂ ਨੂੰ ਸ਼ਰਾਬ ਪੀ ਕੇ ਉਹ ਫੋਨ ਕਰਦੇ ਰਾਤ ਨੂੰ ਨਾ ਇੱਥੇ, ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਈ ਸੋਚੋ ਪਹਿਲਾਂ। ਔਰ ਇਸ ਕਰਕੇ ਨਹੀਂ ਉੱਥੇ ਏਅਰਲਾਈਨਸ ਜਾਂਦੀਆਂ ਕਿ ਕਿਉਂਕਿ ਇਹਨਾਂ ਲਈ ਬਿਜ਼ਨਸ ਲਈ ਨਹੀਂ ਗੁੱਡ। ਨਾ ਤਾਂ ਉਹ ਇੰਡੀਅਨ ਗੌਰਮੈਂਟ ਦਾ ਕਸੂਰ ਹੈ,
उन्होंने एग्रीमेंट साइन किया है इंटरनेशनल, और उन्होंने एयरपोर्ट्स के नाम भी लिखे है जिथों के इंटरनेशनल फ्लाइट्स जा सकदियां है। ये हुण तुसीं पटीशन जिन्नियां मर्जी साइन कराई चलो, जिहड़ी एयरलाइनस आ वो सिर्फ ते सिर्फ बिजनेस देखदी है जी। कोई हो सकदा जिहड़ियां जिद्दां सरकार दियां एयरलाइनस होणगियां वो घाटे 'च जा सकदियां कई वारी, जिद्दां एयर इंडिया हुंदी सी। हाँ जी। बहुती वारी उन्होंने इसे जगह ते इहो जिहा रूट लाई हुंदे सी कि जिथे पॉलिटिशियन या ब्यूरोक्रेट्स सीनियर जिहड़े सी वो लै जांदे सी, इसे करके वो घाटे 'च जांदी सी जी। ਜਿਹੜੀ नॉर्मल एयरलाइनस है नॉर्मल बिजनेस करती है वो ये देखती कि सानू मुनाफा कित्थों आना। जी बिल्कुल। अमृतसर तो मोहाली तो उन्होंने बिल्कुल मुनाफा नहीं होंदा, इस करके नंबर 1 कि उन्होंने इकॉनमी एयर फेयर तो विक जांदियां, पर बिजनेस क्लास फर्स्ट क्लास ते करियर जिहड़ा लैके जांदे आ मल्टीनैशनल कारपोरेशन दा वो नहीं जांदा उन्हां दे नाल जी, जिथों एक्चुअली पैसे बनाउंदे आ जी। सो ये गल समझण वाली है कि ਇਹਦੇ ਵਿੱਚ ना तो केंद्री सरकार का कसूर है ना ही तुसीं कह सकते कि एयरलाइंस का कसूर है, क्योंकि जे वो बिजनेस नहीं देखते तो फिर वो बैंकरप्ट होणगे। हाँ जी। उन्होंने ले जानी है एक एयरलाइंस जोर पा के ले जाओगे तुसीं तो दूसरी कैंसल कर देंगे। जी बिल्कुल। डॉक्टर साहब वैसे भी जिवें तुसीं मैंशन कीता सी कि उन्हां दा अधिकार खेतर है नहीं, जिहड़ियां चीज़ां उन्हां दे अधिकार खेतर दे विच हैगीआं उन्हां नूं फोकस उन्हां ते करना चाहिदा, ना कि उन्हां नूं इहो जिहे बयान देने चाहिदे आ। इन्हां नूं मेरे ख्याल PR वाले ज्यादा रखे बंदे जी। अरविंद केजरीवाल ने एक पूरी टीम रखी है जिहड़ी कहंदे कि तुसीं बोली चलो, आम लोकां नूं की पता कि एविएशन दे विच की हुंदा की नहीं हुंदा। जी डॉक्टर साहब गलबात का जिहड़ा सिलसिला हैगा वो आपां अपने शहर सरी तो शुरू करते हैं। सरी दे मेयर जिहड़े हैगे आ हुण उन्हां ते ना काफी ज्यादा प्रैशर वधदा जा रहा कि वो रिजाइन कर देण, ते जिहड़ी एक मीडिया दे विच डॉक्यूमेंट्स जिहड़े सामने आए आ पब्लिक दे, जो मैकैलम साहब ने झूठ बोलिया सीगा पूरी इंसीडेंट दे बारे च जो उन्हां दे नाल होई सी सेवन फूड दे पार्किंग लॉट दे विच, ਉਹਦੇ ਨਾਲ रिलेटेड ਜਿਹੜੇ ਡਾਕੂਮੈਂਟਸ ਉਹਦੇ ਵਿੱਚ ਸਾਹਮਣੇ ਆ ਗਿਆ ਸਾਰਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਕਿ ਉਹ ਝੂਠ ਬੋਲ ਰਹੇ ਸੀਗੇ। ਹੁਣ ਇਸ ਖੁਲਾਸੇ ਤੋਂ ਬਾਅਦ ਉਹਨਾਂ ਤੇ ਜਿਹੜਾ ਦਬਾਅ ਉਹ ਵੱਧਦਾ ਜਾ ਰਿਹਾ, ਇਸ ਪੂਰੀ ਖਬਰ ਬਾਰੇ ਦੱਸੋ। ਦੇਖੋ ਇਹਦੇ ਗਲੋਬਲ ਟੀਵੀ ਵਾਲਿਆਂ ਨੇ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਉਹ ਜਿਹੜੇ ਵਾਰੰਟ ਲੈ ਕੇ ਗਏ ਸੀ ਇਹਨਾਂ ਦੇ ਸਰਵ ਕੀਤੇ ਇਹਨਾਂ ਨੇ RCMP ਨੇ ਉਹਦੀਆਂ ਡੀਟੇਲਸ ਕਢਵਾਈਆਂ, ਤਾਂ ਕੁਝ ਇੱਕ ਡੀਟੇਲ ਤਾਂ ਅਜੇ ਵੀ ਕਾਲੀਆਂ ਕੀਤੀਆਂ ਆ, ਪੂਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ। ਹਾਂਜੀ। ਪਰ ਜੋ ਕੁਝ ਉਹਨਾਂ ਨੂੰ ਦਿੱਤਾ ਉਹਦੇ ਆਧਾਰ ਤੇ ਫਿਰ ਉਹਨਾਂ ਨੇ ਦਿਖਾਇਆ ਕਿ ਅੱਗੇ ਪਹਿਲਾਂ ਤਾਂ ਅਸੀਂ ਸੁਣਦੇ ਸੀ ਨਾ ਕਿ ਪਬਲਿਕ ਮੈਸੇਜ ਦਾ, ਕਈਆਂ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਪਬਲਿਕ ਮੈਸੇਜ ਹੁੰਦੀ ਕੀ ਚੀਜ਼ ਹੈ। ਜੀ ਜੀ। ਤਾਂ ਉਹ ਸਮਝ ਲਾਈਟ ਜਿਹੀ ਗੱਲ ਹੈ, ਕੋਈ ਗੱਲ ਨਹੀਂ ਪਬਲਿਕ ਮੈਸੇਜ, ਤੇ ਇਦਾਂ ਲੱਗਦਾ ਜਿੱਦਾਂ ਕੋਈ ਪਬਲਿਕ ਦੇ ਵਿੱਚ ਕੁਝ ਹੋ ਗਿਆ। ਹਾਂਜੀ। ਤੇ ਹੁਣ ਉਹਨਾਂ ਨੇ ਕਢਾਇਆ ਕਿ ਹੋਇਆ ਕੀ ਵੈਸੇ ਐਗਜ਼ੈਕਟਲੀ ਪੂਰੀਆਂ ਡੀਟੇਲਸ, ਤੇ ਉਹਨਾਂ ਦੇ ਵਿੱਚ ਜਿਹੜੀ ਡੀਟੇਲ ਸਾਹਮਣੇ ਲਿਆਂਦੀਆਂ ਉਹਨਾਂ ਨੇ ਫਿਰ ਸ਼ੋਅ ਕਰਦੇ ਕਿ ਕੋਈ ਟੀਵੀ ਆ। ਹਾਂਜੀ। ਉਹਨਾਂ ਨੇ ਇੱਕ ਗੱਲ ਉਹਨਾਂ ਦੇ ਵਿੱਚ ਇਹ ਨੋਟਿਸ ਕਰਦੇ ਕਿ ਇਹਨਾਂ ਨੇ ਕਿਹਾ ਕਿ ਮੇਰੇ ਪੈਰ ਦੇ ਉੱਤੋਂ ਦੀ ਕਾਰ ਲੰਘਾਤੀ, ਮੇਰਾ ਇੰਨੇ ਦਰਦ ਹੁੰਦਾ ਸੀ, ਮੇਰੇ ਤੋਂ ਤੁਰ ਨਹੀਂ ਸੀ ਹੁੰਦਾ। ਤੇ ਉਹ ਸੁਪਰਮਾਰਕੀਟ ਦਾ ਜਿਹੜਾ CCTV ਕੈਮਰਾ ਆ, ਫਿਰ ਉਹਨਾਂ ਨੂੰ ਟੀਵੀ ਦੇ ਵਿੱਚ ਉਹ ਦਿਖਾਉਂਦੇ ਆ ਕਿ ਜਿਹੜਾ ਮੇਅਰ ਕਹਿ ਰਿਹਾ ਕਿ ਮੇਰੇ ਦੇ ਪੈਰ ਤੇ ਕਾਰ ਲੰਘਾਤੀ, ਤੁਰ ਨਹੀਂ ਹੁੰਦਾ ਸੀ, ਇਹ ਉਧਰ ਨੂੰ ਬੜਾ ਸੋਹਣਾ ਤੁਰਿਆ ਜਾਂਦਾ, ਨਾਰਮਲ ਤਰੀਕੇ ਨਾਲ ਤੁਰਿਆ ਜਾਂਦਾ, ਕੁਝ ਨਹੀਂ ਹੋਇਆ ਇਹਨਾਂ ਨੂੰ। ਹਾਂਜੀ। ਤੇ ਇਸ ਕਰਕੇ ਉਹ ਲੋਕਾਂ ਦੇ ਵਿੱਚ ਪ੍ਰੈਸ਼ਰ ਹੁਣ ਜ਼ਿਆਦਾ ਵਧਿਆ, ਕਿਉਂਕਿ ਜਿਹੜੀ ਅੱਖੀਂ ਦੇਖੀ ਚੀਜ਼ ਹੈ ਨਾ ਉਹਦਾ ਜ਼ਿਆਦਾ ਅਸਰ ਪੈਂਦਾ ਹੈ। वैसे भी डॉक्टर साहब ਜਿਹੜੀ ਪਹਿਲਾਂ ग्लोबल न्यूज़ ने न्यूज़ रिपोर्ट की सी, लकीली देखो दोनों डिस्कलोज भी हुण इन्हां ने कीता डॉक्यूमेंट्स दे नाल, दोनों वीडियोज़ ਉਹ साइड बाय साइड दिखाउंदे जिहदे च मैकलम साहब पूरी ਜਿਹੜੀ इंसीडेंट हैगी आ पता नहीं मन घड़त जो भी कहानी इन्हां ने घड़ी सी, एक एक शब्द बोलदे आ ते हुण सामने आया भी ਉਹਦੇ ਵਿੱਚ ਇੱਕ ਵੀ ਚੀਜ਼ ਸਹੀ ਨਹੀਂ ਹੈਗੀ। ਉਹਦੇ ਨਾਲ ਹੀ ਪ੍ਰੈਸ਼ਰ ਵਧਿਆ ਹੁਣ ਜੀ, ਕਿਉਂਕਿ ਜਿਹੜੀ ਅੱਖੀਂ ਦੇਖੀ ਚੀਜ਼ ਆ ਵੀ ਕਹਿੰਦੇ ਕੀ ਆ ਤਾਂ ਹੋਇਆ ਕੀ। ਹਾਂਜੀ। ਦੋ ਚੀਜ਼ਾਂ ਨਾ ਜੀ, ਧੁੱਪ ਤੇ ਛਾਂ ਵਰਗਾ ਫਰਕ ਆ ਉਹਦੇ ਵਿੱਚ। ਹਾਂਜੀ। ਤੇ ਇਹਨਾਂ ਨੇ ਆਹ ਕਹਿੰਦੇ ਆ ਤੇ ਆਹ ਹੋਇਆ ਜੀ, ਔਰ ਕੈਮਰੇ ਦੇ ਨਾਲ ਉਹ ਦਿਖਾਉਂਦੇ ਆ ਪੂਰਾ। ਹਾਂਜੀ।
ਫਿਰ ਉਹਨਾਂ ਦੇ ਵਿੱਚ ਹੁਣ ਪ੍ਰੈਸ਼ਰ ਜ਼ਿਆਦਾ ਵਧਿਆ ਹੈ, ਪਰ ਮੇਰਾ ਖਿਆਲ ਨਹੀਂ ਉਹ ਅਸਤੀਫਾ ਦੇਣ ਵਾਲੇ, ਨਾ ਪਰੇ ਹਟਣ ਵਾਲੇ, ਕਿਉਂਕਿ ਉਹਨਾਂ ਨੇ ਸੋਚ ਲਿਆ ਕਿ ਦੇਖੋ ਕੁਛ ਇੱਕ ਲੋਕ ਜਿਹੜੇ ਇਨਕੰਬੈਂਟ ਦੇ ਨਾਲ ਆ, ਉਹਨਾਂ ਨੇ ਵੋਟ ਪਾਉਣੀ ਹੀ ਪਾਉਣੀ ਹੈ, ਚਾਹੇ ਮੇਅਰ ਇੱਥੇ ਜਾ ਕੇ 128 ਤੇ ਆ ਕੇ ਲੋਕਾਂ ਨੂੰ ਗਾਲਾਂ ਕੱਢਦੇ ਫਿਰਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਜਿਨ੍ਹਾਂ ਨੇ ਵੋਟ ਡਗ ਮਕੈਲਮ ਨੂੰ ਪਾਉਣੀ ਹੈ ਨਾ, ਇੰਨਾ ਕੁਝ ਹੋਣ ਦੇ ਬਾਵਜੂਦ ਹੀ ਪਾ ਦੇਣੀ। ਹਾਂਜੀ, ਹੁਣ ਇਹੀ ਫਿਕਰ ਹੈ ਮੈਨੂੰ ਕਿ ਜਿੰਨੇ ਬੰਦੇ ਇੰਟਰਸਟਡ ਆ ਉਹਨਾਂ ਦੀ ਜੌਬ ਦੇ ਵਿੱਚ, ਜੇ ਉਹ ਐਂਟੀ ਇਨਕੰਬੈਂਸੀ ਵੋਟ ਜਿਹੜੀ ਇੰਨੀ ਜਗ੍ਹਾ ਤੇ ਵੰਡ ਹੋ ਗਈ, ਫੇਰ ਨਾ ਕਿਤੇ ਜਿੱਤ ਜਾਣੇ। ਹਾਂਜੀ, ਕਿਉਂਕਿ ਬਹੁਤ ਬੰਦੇ ਇੰਟਰਸਟਡ ਆ ਇਸ ਵੇਲੇ ਕਿ ਮੇਅਰ ਦੀ ਜੌਬ ਲਈ। ਕੈਂਡੀਡੇਟ ਤਾਂ ਹਾਲੇ ਇੱਕ ਹੀ ਬਰਿੰਡਾ ਲੋਕ ਹੀ ਆਈ ਸਾਹਮਣੇ, ਖੁੱਲ ਕੇ ਤਾਂ ਜੀ ਉਹੀ ਸਾਹਮਣੇ ਆਇਆ, ਪਰ ਤੁਸੀਂ ਦੇਖਿਓ ਅਗਸਤ ਸਤੰਬਰ ਤਾਈਂ ਸਾਰੇ ਹੀ ਆ ਜਾਣੇ ਬਾਹਰ। ਹਾਂਜੀ, ਤੇ ਜੇ ਜ਼ਿਆਦਾ ਹੀ ਹੋਏ ਤੇ ਫੇਰ ਸ਼ਾਇਦ ਉਹ ਵੋਟ ਵੰਡੀ ਜਾਵੇ ਜੀ। ਇੱਕ ਵੋਟ ਜਿਹੜੀ ਇਨਕੰਬੈਂਟ ਦੀ ਆ, ਉਹਨਾਂ ਦੀ ਵੋਟ ਤਾਂ ਘਟਣੀ ਨਹੀਂ ਜੀ। ਸੋ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਇਲਮ ਹੈ ਕਿ ਜੋ ਮਰਜ਼ੀ ਹੁੰਦਾ ਜਾਵੇ, ਜੋ ਹਿੰਦੁਸਤਾਨ 'ਚ ਵੀ ਦੇਖਦੇ ਹਾਂ ਅਸੀਂ, ਇੱਥੇ ਵੀ ਦੇਖਦੇ ਹਾਂ, ਜੋ ਮਰਜ਼ੀ ਲੋਕਾਂ ਦੇ ਮਨ ਦੇ ਵਿੱਚ ਕੁਝ ਨਹੀਂ ਹੁੰਦਾ। ਇੱਥੇ ਤਾਂ ਇਹ ਦੇਖਦੇ ਆ ਕਿ ਮੇਰੇ ਲਈ ਠੀਕ ਹੈ, ਮੇਰੀ ਬੇਸਮੈਂਟ ਪਾਸ ਕਰਤੀ, ਬਸ ਉਸ ਤੋਂ ਅੱਗੇ ਨਹੀਂ ਦੇਖਣਾ ਜੀ। ਇਹਦੇ ਨਾਲ ਹੁਣ ਇੱਕ ਹੋਰ ਫਾਇਦਾ ਹੋਇਆ ਕਿ ਜਿਹੜੀਆਂ ਲੋਕਾਂ ਨੇ ਸ਼ਿਕਾਇਤਾਂ ਕਰਦੇ ਸੀ ਨਾ ਪਹਿਲਾਂ, ਜਿਹਦਾ ਪੌਟ ਹੋਲਸ ਇਹਨਾਂ ਨੇ ਕਿਹਾ ਸੀ, ਜਿਹੜੇ ਟੋਏ ਬਣੇ ਹੋਏ ਸੜਕਾਂ ਤੇ 4000 ਸ਼ਿਕਾਇਤਾਂ ਇਹਨਾਂ ਦੇ ਕੋਲ ਮੌਜੂਦ ਸੀ। ਹਾਂਜੀ, ਤੇ ਇਹਨਾਂ ਨੇ ਕਿਹਾ 1 ਜੂਨ ਤਾਈਂ ਅਸੀਂ ਉਹ ਸਾਰੇ ਟੋਏ ਭਰ ਦਿਆਂਗੇ ਜੀ। ਇਹ ਇਸ ਪ੍ਰੈਸ਼ਰ ਦੇ ਨਤੀਜੇ ਵਜੋਂ ਹੀ ਹੋਇਆ, ਨਹੀਂ ਤਾਂ ਸਿਟੀ ਆਫ ਸਰੀ ਦੇ ਕੰਨਾਂ ਤੇ ਜੂਨ ਹੀ ਸਰਕਦੀ ਜੇ ਉਹਨਾਂ ਕੋਲ ਸ਼ਿਕਾਇਤਾਂ ਕਰਦੇ ਆ ਲੋਕ। ਤੁਸੀਂ ਦੇਖੋ ਟਾਈਮਿੰਗ, ਕਿਉਂਕਿ PR ਦੇ ਵਿੱਚ ਕਹਿੰਦੇ ਹੁੰਦੇ ਟਾਈਮਿੰਗ ਇਜ਼ ਐਵਰੀਥਿੰਗ ਜੀ। ਬਿਲਕੁਲ, ਇੱਕ ਪਾਸੇ ਤਾਂ ਉਧਰ ਗਲੋਬਲ ਦੀ ਨਿਊਜ਼ ਆ ਗਈ ਜੀ, ਦੂਸਰੇ ਦਿਨ ਨਾਲ ਹੀ ਇਹਨਾਂ ਨੇ ਕਹਿਤਾ ਕਿ ਟੋਏ ਭਰ ਦਿਆਂਗੇ ਅਸੀਂ। ਸੋ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਆ, ਸ਼ਿਕਾਇਤਾਂ ਦੇ ਆਧਾਰ ਤੇ 4000 ਟੋਇਆਂ ਦੀਆਂ ਸ਼ਿਕਾਇਤਾਂ ਆ। ਪਰ ਤੁਸੀਂ ਡਾਕਟਰ ਸਾਹਿਬ ਅਨਾਉਂਸਮੈਂਟ ਦੇਖੋ, ਟੋਏ ਭਰਨ ਵਾਲੀ, ਲੋਕਾਂ ਦਾ ਜਿਹੜਾ ਧਿਆਨ ਉਹਨੂੰ ਥੋੜਾ ਡਾਇਵਰਟ ਵੀ ਕਰਨਾ ਚਾਹੁੰਦੇ ਹੋਣੇ ਆ ਕਿ ਅਸੀਂ ਹੁਣ ਲੋਕ ਹੁਣ ਇਹ ਸੋਚਣ ਕਿ ਸਿਟੀ ਆਫ ਸਰੀ ਜਿਹੜੀ ਆ ਬਹੁਤ ਜ਼ਿਆਦਾ ਐਕਸ਼ਨ ਦੇ ਵਿੱਚ ਆ ਚੁੱਕੀ ਆ ਤੇ ਉਹ ਇਹਦੇ ਤੇ ਹੁਣ ਕੰਮ ਕਰੂਗੀ। ਉਹਦਾ ਅਸਰ ਪੈਂਦਾ, ਜਿਹੜੇ 4000 ਬੰਦੇ ਹੋਣੇ ਆ ਜਿਨ੍ਹਾਂ ਨੇ ਟੋਏ ਬਾਰੇ ਸ਼ਿਕਾਇਤ ਲਾਈ ਆ, ਉਹ ਤਾਂ ਪੱਕੇ ਹੋ ਗਏ ਨਾ, ਕਹਿਣਾ ਲੈ ਮੈਂ ਸ਼ਿਕਾਇਤ ਕੀਤੀ ਸੀ, ਮੇਰੀ ਤਾਂ ਸ਼ਿਕਾਇਤ ਪੂਰੀ ਹੋ ਗਈ ਜੀ। ਵੈਸੇ ਵੀ ਡਾਕਟਰ ਸਾਹਿਬ ਸਰੀ ਦੀਆਂ ਸੜਕਾਂ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ। 4000 ਤਾਂ ਸ਼ਿਕਾਇਤ ਕੀਤੀ ਹੈ ਨਾ ਜੀ। ਬਿਲਕੁਲ, ਬਾਕੀ ਤੁਸੀਂ ਕੱਲੀ ਸਟਰੀਟ ਤੇ ਜਾ ਕੇ ਦੇਖ ਲਓ ਕੀ ਹਾਲ ਹੈ ਇਹਨਾਂ ਦਾ, ਬਹੁਤ ਬੁਰਾ ਹਾਲ ਆ। ਇਦਾਂ ਦੀਆਂ ਪੰਜਾਬ 'ਚ ਨਹੀਂ ਮੈਂ ਦੇਖੀਆਂ। ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਉਦੋਂ ਘਟੀਆ ਸੜਕਾਂ ਜਿਹੜੀਆਂ ਆ ਸਰੀ ਦੇ ਵਿੱਚ ਜੀ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਗੱਲ ਕਰਦੇ US ਦੀ। ਡੈਮੋਕ੍ਰੈਟਸ ਦੇ ਲਈ ਖਤਰੇ ਦੀ ਘੰਟੀ ਹੈ ਤੇ ਇਸ ਵਾਰੀ ਇਹ ਘੰਟੀ ਤੁਹਾਨੂੰ ਪਤਾ ਹੈ ਵੀ ਕਿਹਨੇ ਵਜਾਈ ਆ? ਔਰਤਾਂ ਨੇ। ਵਾਹ, ਪੂਰੀ ਜਾਣਕਾਰੀ ਦਿਓ ਇਸ ਬਾਰੇ। ਦੇਖੋ, ਜਿਹੜੀ ਜੋ ਬਾਈਡਨ ਦੇ ਖਿਲਾਫ ਖਾਸ ਤੌਰ ਤੇ ਔਰ ਡੈਮੋਕ੍ਰੈਟਿਕ ਪਾਰਟੀ ਦੇ ਆਮ ਇਹ ਗੱਲ ਹੋ ਗਈ ਕਿ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਤਕਰੀਬਨ ਹਰ ਵਰਗ ਇਹਨਾਂ ਦੇ ਖਿਲਾਫ ਹੋਈ ਜਾਂਦਾ। ਹਾਂਜੀ, ਹੁਣ ਜੋ ਬਾਈਡਨ ਤੇ ਡੈਮੋਕ੍ਰੈਟਿਕ ਪਾਰਟੀ ਦੇ ਕੋਈ ਟ੍ਰੈਡੀਸ਼ਨਲ ਸਪੋਰਟ ਹੈ, ਵੈਸੇ ਤਾਂ ਓਵਰਆਲ ਸਪੋਰਟ ਹੁੰਦੀ ਹੈ ਇਹਨਾਂ ਦੀ, ਪਰ ਕੁਛ ਇੱਕ ਸੈਗਮੈਂਟ ਪਾਪੂਲੇਸ਼ਨ ਦੇ ਆ, ਜਿੱਦਾਂ ਜਿਹੜੇ ਨੌਜਵਾਨ ਜ਼ਿਆਦਾ ਸੀ ਪਿਛਲੀ ਵਾਰ, ਉਹਨਾਂ ਨੇ ਜ਼ਿਆਦਾ ਵੋਟ ਜੋ ਬਾਈਡਨ ਨੂੰ ਪਾਈ ਹੈ। ਹਾਂਜੀ, ਬਲੈਕ ਵੋਟਰਸ ਜਾਂ ਹਿਸਪੈਨਿਕ ਵੋਟਰਸ ਜਾਂ ਕਾਲੇ ਤੇ ਜਿਹੜੇ ਮੈਕਸੀਕਨ ਅਸੀਂ ਕਹਿੰਦੇ ਹਾਂ, ਉਹਨਾਂ ਨੇ ਜ਼ਿਆਦਾ ਵੱਡੇ ਤਾਦਾਦ ਦੇ ਵਿੱਚ 90% ਤੋਂ ਵੱਧ ਲੋਕਾਂ ਨੇ ਵੋਟ ਜੋ ਬਾਈਡਨ ਨੂੰ ਪਾਈ ਔਰ ਡੈਮੋਕ੍ਰੈਟਿਕ ਪਾਰਟੀ ਦੇ ਬਾਕੀ ਕੈਂਡੀਡੇਟ ਨੂੰ ਪਾਈ ਜੀ। ਤੇ ਇਸੇ ਤਰ੍ਹਾਂ ਹੀ ਔਰਤਾਂ ਦਾ ਹੁੰਦਾ ਸੀ ਕਿ ਔਰਤਾਂ ਦਾ ਵੱਡੀ ਗਿਣਤੀ ਜਿਹੜੀ ਆ ਉਹ ਜੋ ਬਾਈਡਨ ਦੇ ਹੱਕ 'ਚ ਸੀ ਤੇ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਸੀ। ਹੁਣ ਪਹਿਲਾਂ ਜਿਹੜੇ ਸਰਵੇ ਆਏ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਫਰਕ ਸੀ ਨਾ ਨੌਜਵਾਨ ਵੋਟਰਾਂ ਦਾ ਤਾਂ ਸੀਨੀਅਰ ਵੋਟਰਾਂ ਦਾ, ਹਾਂਜੀ, ਕਿ ਨੌਜਵਾਨ ਪ੍ਰੈਫਰ ਕਰਦੇ ਆ ਜੋ ਬਾਈਡਨ ਨੂੰ ਤੇ ਸੀਨੀਅਰ ਜ਼ਿਆਦਾ ਟਰੰਪ ਵੱਲ ਹੈ, ਉਹ ਕਹਿੰਦੇ ਹੁਣ ਮਿਟਦਾ ਜਾਂਦਾ। ਹਾਲੇ ਵੀ ਥੋੜੇ ਜਿਹਾ ਇਹਨਾਂ ਦੀ ਪਾਪੂਲੈਰਿਟੀ ਜ਼ਿਆਦਾ ਹੈ ਯੂਥ ਦੇ ਵਿੱਚ, ਪਰ ਉਹ ਮਿਟਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ। ਉਹ ਕਹਿੰਦੇ ਕਿ ਜਿੰਨਾ ਨੌਜਵਾਨ ਨਫ਼ਰਤ ਕਰਦੇ ਉਨਾ ਹੀ ਸੀਨੀਅਰ ਨਫ਼ਰਤ ਕਰਦੇ ਜੀ। ਇਹ ਮਾੜੀ ਖਬਰ ਹੈ ਇਹਨਾਂ ਲਈ।
ਹਾਂਜੀ। ਦੂਸਰਾ, ਹਾਲੇ ਤਾਈਂ ਜਿਹੜੇ ਕਾਲੇ ਵੋਟਰ ਆ ਤੇ ਹਿਸਪੈਨਿਕ ਵੋਟਰ ਆ, ਉਹਨਾਂ ਦੇ ਵਿੱਚ ਅਜੇ ਵੀ ਜੋ ਬਾਈਡਨ ਤੇ ਡੈਮੋਕ੍ਰੈਟਿਕ ਪਾਰਟੀ ਦੀ ਪਹਿਲ ਹੈ, ਪਰ ਉਹ ਘਟਦੀ ਜਾ ਰਹੀ ਆ। ਅੱਗੇ ਪਹਿਲਾਂ ਵਾਂਗਰ ਨਹੀਂ, ਪਹਿਲਾਂ ਤਾਂ ਅਸੀਂ 90% ਤੋਂ ਜ਼ਿਆਦਾ ਲੋਕ ਉਹਨੂੰ ਵੋਟ ਪਾ ਰਹੇ ਸੀ, ਪਰ ਉਹ ਹੁਣ ਕਾਫੀ ਘਟੀ ਉਹਨਾਂ ਦੀ ਸਪੋਰਟ। ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਹੁਣ ਜਿਹੜੀ ਆਈ ਸੀ ਨਾ, ਲੀਕ ਹੋਈ ਆ ਡਿਸੀਜਨ, ਅਜੇ ਤੱਕ ਡਿਸੀਜਨ ਤਾਂ ਨਹੀਂ ਆਈ, ਫੈਸਲਾ ਤਾਂ ਨਹੀਂ ਸੁਪਰੀਮ ਕੋਰਟ ਦਾ ਆਇਆ, ਡਾਕੂਮੈਂਟਸ ਹੀ ਲੀਕ ਹੋਏ ਸੀ। ਤੇ ਡਾਕੂਮੈਂਟ ਲੀਕ ਹੋਇਆ, ਉਹਦੇ ਤੇ ਇਹਨਾਂ ਨੇ ਆਸ ਲਾਈ ਸੀ ਕਿ ਹੁਣ ਅਬੋਰਸ਼ਨ ਦੇ ਇਸ਼ੂ ਤੇ ਸਾਡੀ ਪਪੂਲੈਰਿਟੀ ਵੱਧ ਜਾਊਗੀ, ਪਰ ਉਹ ਔਰਤਾਂ ਦੇ ਵਿੱਚ ਜਿਹੜੇ ਹੁਣ ਸਰਵੇ ਆ ਰਹੇ ਆ, ਉਹਦੇ 'ਚ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਅਬੋਰਸ਼ਨ ਇਸ਼ੂ ਦਾ। ਹਾਂਜੀ। ਉਹਨਾਂ ਨੂੰ ਕਿਹਾ ਕਿ ਜੋ ਬਾਈਡਨ ਤੇ ਡੈਮੋਕ੍ਰੇਟ ਪਾਰਟੀ ਤੇ ਇਲਜ਼ਾਮ ਲਾਏ ਆ ਕਿ ਇਹਨਾਂ ਨੇ ਇਨਫਲੇਸ਼ਨ ਕਰਤੀ, ਇਹਨਾਂ ਨੇ ਹਾਊਸਿੰਗ ਦੀ ਕੋਈ ਗੱਲ ਨਹੀਂ ਕੀਤੀ, ਇਹ ਵਾਤਾਵਰਣ ਬਾਰੇ ਵੀ ਗੱਪਾਂ ਹੀ ਮਾਰਦੇ ਆ ਜੀ। ਤੋ ਜਿੰਨੀਆਂ ਜਿਹੜੇ ਉਹਨਾਂ ਨੇ ਦੇਖ ਲਿਆ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋ ਰਿਹਾ, ਖਾਣ ਵਾਲੇ ਹੋ ਰਿਹਾ ਜੀ, ਐਵੇਂ ਹੀ ਕਹੀ ਜਾਣਾ ਅਸੀਂ ਔਰਤਾਂ ਲਈ ਆਹ ਕਰ ਦੇਵਾਂਗੇ, ਅਸੀਂ ਔਰਤਾਂ ਲਈ ਆਹ ਕਰ ਦੇਵਾਂਗੇ। ਹਾਂ, ਤੁਸੀਂ ਇੱਕ ਔਰਤ ਨੂੰ ਹੋ ਸਕਦਾ ਸੁਪਰੀਮ ਕੋਰਟ ਦੀ ਜੱਜ ਲਾਤਾ ਹੋਵੇ, ਤੇ ਇੱਕ ਹੀ ਤਾਂ ਨਹੀਂ ਔਰਤ ਉੱਥੇ, ਹਾਂਜੀ, ਬਾਕੀ ਵੀ ਬੈਠੀਆਂ ਜੀ, ਤੇ ਤੁਸੀਂ ਉਹ ਕਿੰਨੀ ਕੁ ਵਾਰੀ ਸਪੀਚ ਦੇ ਵਿੱਚ ਕਹੀ ਜਾਓਗੇ ਕਿ ਅਸੀਂ ਜੱਜ ਬਣਾਈ ਆ, ਅਸੀਂ ਜੱਜ ਬਣਾਈ ਆ, ਜਾਂ ਤਾਂ ਸਾਰੀਆਂ ਨੂੰ ਜੱਜ ਬਣਾ ਦਿਓ, 9 ਤਾਂ ਜੱਜ ਆ ਉੱਥੇ। ਡਾਕਟਰ ਸਾਹਿਬ, ਵੈਸੇ ਨਾ ਜਿਹੜੇ ਟੈਸਲਾ ਦੇ ਮਾਲਕ ਹੈ ਐਲਨ ਮਸਕ, ਉਹਨਾਂ ਨੇ ਵੀ ਇੱਕ ਟਵੀਟ ਦੇ ਵਿੱਚ ਕਿਹਾ ਸੀ ਕਿ ਹੁਣ ਉਹ ਰਿਪਬਲਿਕਨ ਪਾਰਟੀ ਨੂੰ ਵੀ ਵੋਟ ਪਾਉਣਗੇ, ਉਹਨਾਂ ਦੀ ਨਾਰਾਜ਼ਗੀ ਵੀ ਸਾਫ਼-ਸਾਫ਼ ਝਲਕਦੀ ਆ। ਉਹ ਤਾਂ ਪਹਿਲਾਂ ਵੈਸੇ ਖਿਲਾਫ ਹੈ ਇਹਨਾਂ ਦੇ, ਪਰ ਹੁਣ ਉਹਨਾਂ ਨੂੰ ਲੱਗਦਾ ਕਿ ਟਵਿੱਟਰ ਬਾਰੇ ਜੋ ਗੱਲਾਂ ਕਰਦੇ ਆ ਜੋ ਬਾਈਡਨ ਤੇ ਡੈਮੋਕ੍ਰੈਟਿਕ ਪਾਰਟੀ, ਇਹਨਾਂ ਨੂੰ ਲੱਗਾ ਕਿ ਹੁਣ ਟਵਿੱਟਰ ਨੇ ਇੱਕ ਤਾਂ ਟਰੰਪ ਨੂੰ ਕਹਿਤਾ ਕਿ ਤੇਰਾ ਅਕਾਊਂਟ ਜਿਹੜਾ ਬੰਦ ਕੀਤਾ ਉਹ ਖੋਲ ਦਿਆਂਗੇ ਅਸੀਂ। ਹਾਂਜੀ। ਇਹ ਖਤਰੇ ਵਾਲੀ ਗੱਲ ਹੈ ਉਹਨਾਂ ਨੂੰ, ਕਿਉਂਕਿ 99 ਮਿਲੀਅਨ ਲੋਕੀ ਜਿਹੜੇ ਆ ਟਰੰਪ ਨੂੰ ਫਾਲੋ ਕਰਦੇ ਆ। ਹਾਂਜੀ। ਇਹ ਬਹੁਤ ਵੱਡਾ ਨੰਬਰ ਹੈ ਜੀ। ਦੂਸਰੀ ਗੱਲ, ਉਹਨਾਂ ਨੂੰ ਇਹ ਪਤਾ ਆ ਕਿ ਜੇ ਟਰੰਪ ਨੂੰ ਹਾਂ ਕਰ ਸਕਦੇ ਆ, ਫਿਰ ਹਰ ਤਰ੍ਹਾਂ ਦਾ ਬੰਦਾ ਜਿਹੜਾ ਜੋ ਬਾਈਡਨ ਤੇ ਡੈਮੋਕ੍ਰੈਟਿਕ ਪਾਰਟੀ ਦੇ ਖਿਲਾਫ ਹੈ, ਉਹਨਾਂ ਨੇ ਆਪਣੇ ਫਰ ਚੱਕਣੇ ਸ਼ੁਰੂ ਕਰ ਦੇਣੇ। ਹਾਂਜੀ। ਸੋ ਹਰ ਪਾਸੇ ਕੰਟਰੋਲ ਤਾਂ ਕਰਨਾ ਚਾਹੁੰਦੇ, ਪਰ ਕੰਟਰੋਲ ਹੁੰਦਾ ਨਹੀਂ ਨਾ ਜੀ। ਬਿਲਕੁਲ। ਤੁਸੀਂ ਜੋ ਕੁਝ ਚਾਹੁੰਦੇ ਤਾਂ ਬੰਦੇ ਸਭ ਕੁਝ ਹੁੰਦੇ ਆ ਜੀ। ਜੀ। ਜਿੱਦਾਂ ਕਹਿੰਦੇ ਹੁੰਦੇ ਕਿ ਗਲੀਆਂ ਹੋ ਜਾਣ ਸੁੰਜੀਆਂ ਵਿੱਚ ਮਿਰਜ਼ਾ ਯਾਰ ਫਿਰੇ, ਤੇ ਉਹ ਫਿਰਦਾ ਨਹੀਂ ਹਨ। ਉੱਥੇ ਬਾਣੀਏ ਦੀ ਦੁਕਾਨ ਵੀ ਉੱਥੇ ਹੀ ਰਹਿੰਦੀ ਆ, ਫਕੀਰ ਦੀ ਕੁੱਤੀ ਵੀ ਉੱਥੇ ਰਹਿੰਦੀਆਂ, ਆਂਢਾਂ ਗੁਆਂਢਾਂ ਵੀ ਉੱਥੇ ਹੀ ਰਹਿੰਦੀਆਂ ਜੀ। ਵੈਸੇ ਵੀ ਡਾਕਟਰ ਸਾਹਿਬ, ਜੇ ਆਪਾਂ ਦੇਖਦੇ ਹਾਂ ਜੋ ਬਾਈਡਨ ਦੀ ਜਿਹੜੀ ਪਪੂਲੈਰਿਟੀ ਆ, ਇਹ ਹਮੇਸ਼ਾ ਘੱਟੇ ਹੁੰਦੀ ਆ ਜਦੋਂ ਵੀ ਨਵੀਂ ਰਿਪੋਰਟ ਆਉਂਦੀ ਹੈ, ਨਵਾਂ ਸਰਵੇ ਹੁੰਦਾ। ਪਹਿਲਾਂ ਸਭ ਤੋਂ ਜ਼ਿਆਦਾ ਫਿਕਰ ਇਹਨਾਂ ਨੂੰ CNN ਨੂੰ ਪਿਆ ਹੈ। ਹਾਂਜੀ। ਕਿਉਂਕਿ CNN ਵਾਲੇ ਪੂਰੇ ਦੇ ਪੂਰੇ 100% ਜੋ ਬਾਈਡਨ ਤੇ ਡੈਮੋਕ੍ਰੇਟਿਕ ਪਾਰਟੀ ਦੇ ਹੱਕ 'ਚ। ਹਾਂਜੀ। ਤੇ ਉਹ ਹਰੇਕ ਹਫ਼ਤੇ ਹੀ ਕੋਈ ਸਰਵੇ ਕਰਾਉਂਦੇ ਹੁਣ, ਇਸ ਗੱਲੋਂ ਡਰਦੇ ਆ ਕਿ ਹੁਣ ਜਿਹੜੀ ਸਾਡੀ ਸਰਦਾਰੀ ਚੱਲਦੀ ਸੀ ਕਾਂਗਰਸ ਦੇ ਵਿੱਚ, ਉਹ ਖਤਮ ਹੋਣ ਵਾਲੀ ਆ। ਹਾਂਜੀ। ਸੋ ਇਸ ਕਰਕੇ ਫੌਕਸ ਨੈਟਵਰਕ ਵਾਲੇ ਖੁਸ਼ ਹੈ, ਪਰ CNN ਵਾਲਿਆਂ ਨੂੰ ਜ਼ਿਆਦਾ ਬੁਖਾਰ ਚੜਿਆ ਹੈ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਦੁਨੀਆ ਦੇ ਵਿੱਚ ਜੀ ਫੂਡ ਦੀ ਜਿਹੜੀ ਸ਼ਾਰਟੇਜ ਹੈਗੀ ਆ, ਉਹ ਹੁਣ ਆਉਣ ਵਾਲੀ ਹੈਗੀ ਹੈ, ਤੇ ਕਾਫੀ ਜ਼ਿਆਦਾ ਚਿੰਤਾ ਪ੍ਰਗਟਾਈ ਗਈ ਹੈ UN ਵੱਲੋਂ ਵੀ। ਯੂਰਪ ਦੀ ਰੋਟੀ ਦੀ ਟੋਕਰੀ ਕਹੇ ਜਾਣ ਵਾਲੇ ਯੂਕਰੇਨ ਤੇ ਰੂਸ ਦੇ ਹਮਲੇ ਨਾਲ ਅਨਾਜ ਸਪਲਾਈ ਸੰਬੰਧੀ ਹਾਲਾਤ ਬਹੁਤ ਹੀ ਜ਼ਿਆਦਾ ਭਿਆਨਕ ਹੁੰਦੇ ਜਾ ਰਹੇ ਨੇ, ਤੇ ਇਸ ਮਹਾਸੰਕਟ ਤੇ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਆ ਕਿ ਦੁਨੀਆ ਕੋਲ ਸਿਰਫ 10 ਹਫ਼ਤੇ ਜਾਣੀ ਕਿ 70 ਦਿਨਾਂ ਦੀ ਉਹ ਕਣਕ ਬਚੀ ਆ। ਕੀ ਕਹਿਣਾ ਚਾਹੋਗੇ? ਦੇਖੋ, ਇਸ ਲੜਾਈ ਤੋਂ ਪਹਿਲਾਂ ਵੀ ਜੇ ਤੁਸੀਂ ਦੇਖਦੇ ਸੀ, ਮਿਲੀਅਨਸ ਆਫ ਲੋਕੀ ਜਿਹੜੇ ਆ, ਲੱਖਾਂ ਕਰੋੜਾਂ ਲੋਕੀ ਜਿਹੜੇ ਆ, ਉਹ ਭੁੱਖਮਰੀ ਦਾ ਸ਼ਿਕਾਰ ਹੁੰਦੇ ਆ, ਖਾਸ ਤੌਰ ਤੇ ਬੱਚੇ। ਹਾਂਜੀ। ਜਦੋਂ ਉਹ ਵੇਲਾ ਸੀ ਜਿਸ ਵੇਲੇ ਕਣਕ ਵੀ ਮਿਲਦੀ ਸੀ, ਝੋਨਾ ਵੀ ਮਿਲਦਾ ਸੀ ਲੋਕਾਂ ਨੂੰ, ਪਰ ਹੁਣ ਯੂਕਰੇਨ ਤੇ ਰਸ਼ੀਆ ਜਿਹੜੇ ਮੇਜਰ ਐਕਸਪੋਰਟਰਸ ਆ ਵੀ ਆਪਣੇ ਕਣਕ ਦੇ, ਉੱਥੋਂ ਕਣਕ ਆ ਨਹੀਂ ਰਹੀ, ਤੇ ਇਸ ਕਰਕੇ ਚੇਤਾਵਨੀ ਉਹਨਾਂ ਨੇ UN ਨੇ ਦਿੱਤੀ ਹੈ। ਦੂਸਰੇ ਪਾਸੇ ਤੁਸੀਂ ਦੇਖੋ ਕਿ ਰਸ਼ੀਆ ਦੀ ਤੇ ਯੂਕਰੇਨ ਦੀ ਲੜਾਈ ਇਸੇ ਤਰ੍ਹਾਂ ਲੱਗੀ ਰਹੇ। ਅਮਰੀਕਾ ਦਾ ਜ਼ੋਰ ਲੱਗਾ ਹੈ, ਇੰਗਲੈਂਡ ਵਾਲਿਆਂ ਦਾ ਜ਼ੋਰ ਲੱਗਾ ਹੈ। ਇਹਨਾਂ ਨੇ ਪਿਛਲੇ 100 ਸਾਲ ਦੇ ਵਿੱਚ 200 ਸਾਲਾਂ 'ਚ ਇੰਨੇ ਬੰਦੇ ਮਾਰੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂਜੀ।
ਪਰ ਇਹਨਾਂ ਦੀ ਇਹ ਇਸ਼ੂ ਆ ਕਿ ਸਾਡੀ ਸਰਦਾਰੀ ਕਾਇਮ ਰਵੇ। ਇੰਗਲੈਂਡ ਵਾਲੀ ਦੀ ਸਰਦਾਰੀ ਤਾਂ ਖਤਮ ਹੋ ਗਈ। ਹੁਣ ਅਮਰੀਕਾ ਵਾਲਿਆਂ ਦੀ ਲੋੜ ਹੈ ਇਹਨਾਂ ਨੂੰ ਕਿ ਸਾਡੀ ਸਰਦਾਰੀ ਜਿਹੜੀ ਹੈ, ਕਿਉਂਕਿ ਇਹਨਾਂ ਦੀ ਸਰਦਾਰੀ ਇਹਨਾਂ ਨੂੰ ਪ੍ਰੋਬਲਮ ਪਈ ਰਹੀ ਹੈ। ਇੰਗਲੈਂਡ ਵਾਲਿਆਂ ਦੀ ਤਾਂ ਇੱਕ ਜ਼ਮਾਨੇ 'ਚ ਹੁੰਦਾ ਸੀ ਕਿ ਨਹੀਂ ਕਿ ਸਾਡੇ ਰਾਜ ਦੇ ਵਿੱਚ ਸੂਰਜ ਨਹੀਂ ਛੁਪਦਾ। ਹਾਂਜੀ। ਪਰ ਅਮਰੀਕਾ ਵਾਲਿਆਂ ਦੇ ਉਹ ਦਿਨ ਨਹੀਂ ਆਏ ਜੀ। ਇਹਨਾਂ ਨੇ ਹਮੇਸ਼ਾ ਹੀ ਸੋਵੀਅਤ ਯੂਨੀਅਨ ਦੀ ਦੂਸਰੇ ਪਾਸੇ ਵੀ ਸੁਪਰ ਪਾਵਰ ਸੀਗੀ, ਤੇ ਹੁਣ ਉਹ ਸੋਵੀਅਤ ਯੂਨੀਅਨ ਦੇ ਕਲੈਪਸ ਹੋਣ ਤੋਂ ਬਾਅਦ ਇਹਨਾਂ ਨੇ ਸੋਚਿਆ ਸੀ ਕਿ ਹੁਣ ਸਾਡੀ ਸਰਦਾਰੀ ਇਦਾਂ ਹੀ ਚੱਲੂਗੀ। ਹਾਂਜੀ। ਪਰ ਉਦੋਂ ਬਾਅਦ ਹੋਰ ਮਸ਼ਰੂਮ ਬਣ ਕੇ ਜਿੱਦਾਂ ਖੁੰਬਾਂ ਉੱਠਦੀਆਂ ਹੁੰਦੀਆਂ ਨਾ। ਹਾਂਜੀ। ਚੀਨ ਵਾਲੇ ਉੱਠ ਖੜੇ, ਰਸ਼ੀਆ ਵਾਲੇ ਫੇਰ ਕੋਈ ਮਾੜੀ ਤਾਕਤ ਨਹੀਂ, ਉਹ ਅਜੇ ਵੀ ਵੱਡੀ ਤਾਕਤ ਹੈ। ਇੰਡੀਆ ਵਾਲੇ ਉੱਠਣ ਦੀ ਕੋਸ਼ਿਸ਼ ਕਰ ਰਹੇ ਆ, ਬ੍ਰਾਜ਼ੀਲ ਵਾਲੇ, ਸਾਊਥ ਅਫਰੀਕਾ ਵਾਲੇ। ਤੇ ਮਾੜੀ ਕਿਸਮਤ ਇਹਨਾਂ ਦੀ ਇਹ ਹੈ ਕਿ ਇੱਕ ਵਾਰੀ ਇਤਿਹਾਸ ਦੇ ਨੂੰ ਪੜ੍ਹ ਕੇ ਦੇਖਣ ਕਿ ਕਦੇ ਵੀ ਕੋਈ ਸੁਪਰ ਪਾਵਰ ਇਦਾਂ ਨਹੀਂ ਰਹਿੰਦੀ। ਹਾਂਜੀ। ਜਿਹੜਾ ਵੀ ਸੁਪਰ ਪਾਵਰ ਹੋਇਆ, ਚਾਹੇ ਪਹਿਲਾਂ ਪੋਰਚੁਗੀਜ਼ ਸੀ, ਉਸ ਤੋਂ ਬਾਅਦ ਚਾਹੇ ਸਪੈਨਿਸ਼ ਸੀ, ਇੰਗਲੈਂਡ ਵਾਲੇ ਸੀ, ਫ੍ਰੈਂਚ ਸੀ, ਜਰਮਨ ਸੀ, ਜਾਂ ਚਾਈਨਾ ਵਾਲੇ ਪਹਿਲਾਂ ਹੁੰਦੇ ਸੀ, ਇੰਡੀਆ ਵਾਲੇ ਪਹਿਲਾਂ ਹੁੰਦੇ ਸੀ। ਇਹ ਸਾਰੀ ਇੱਕ ਸਮੇਂ ਜਿਹੜੀ ਚੀਜ਼ ਸ਼ੁਰੂ ਹੁੰਦੀ ਹੈ ਨਾ, ਉਹਦਾ ਖਾਤਮਾ ਜ਼ਰੂਰ ਹੁੰਦਾ ਜੀ। ਤੇ ਇਸ ਵੇਲੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਹੋਰ ਦੇਸ਼ ਵੀ ਉੱਠ ਖੜੇ ਆ। ਹਾਂ, ਲੋਕਾਂ ਨੂੰ ਭੁੱਖੇ ਮਾਰਨਾ ਤੁਸੀਂ ਕੋਈ ਗੱਲ ਨਹੀਂ, ਅੱਗੇ ਵੀ ਮਰਦੇ ਆਏ, ਹੁਣ ਥੋੜੇ ਜ਼ਿਆਦਾ ਮਰ ਜਾਣਗੇ। ਤੁਸੀਂ ਇਹ ਦੇਖ ਲਓ, ਪਾਲਿਸੀ ਮੇਕਰਜ਼ ਨੂੰ ਲੋਕਾਂ ਦੀ ਲਾਈਫ ਦੇ ਨਾਲ, ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਕੰਸਰਨ ਨਹੀਂ। ਹਾਂਜੀ। ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਹੈਜਮਨੀ ਦੇ ਨਾਲ ਆ ਜੀ ਜੀ ਕਿ ਸਾਡੀ ਚੌਧਰ ਕਾਇਮ ਰਵੇ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਆਇਰਲੈਂਡ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਯੂਕਰੇਨੀ ਸ਼ਰਨਾਰਥੀਆਂ ਦੇ ਉੱਥੇ ਜਾਣ ਨਾਲ ਉੱਥੇ ਦੀ ਜਿਹੜੀ ਸਮਾਜਿਕ ਏਕਤਾ ਤੇ ਅਖੰਡਤਾ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਆ। ਇਸ ਰਿਪੋਰਟ ਬਾਰੇ ਦੱਸੋ ਜੀ। ਉਹਨਾਂ ਦੇ ਕੈਬਨਿਟ ਦੇ ਵਿੱਚੋਂ ਇੱਕ ਮੈਮੋ ਲੀਕ ਹੋ ਗਿਆ, ਜਿਹੜੇ 'ਚ ਉਹ ਡਿਸਕਸ ਕਰ ਰਹੇ ਆ ਕਿ ਯੂਕਰੇਨੀਅਨ ਲੋਕੀ ਜਦੋਂ ਇੱਥੇ ਆਉਂਦੇ ਆ, ਇਹ ਸਮਾਜ ਦੇ ਵਿੱਚ ਸਾਡੇ ਘੁਲਦੇ ਮਿਲਦੇ ਨਹੀਂ, ਇਹ ਵੱਖਰੇ ਰਹਿੰਦੇ ਆ। ਉਹਦੇ ਨਾਲ ਸਾਡੀ ਜਿਹੜੀ ਸਮਾਜਿਕ ਏਕਤਾ ਉਹਨੂੰ ਖਤਰਾ ਆ। ਇਹਦਾ ਮਤਲਬ ਉਹਨਾਂ ਨੂੰ ਫਿਕਰ ਪਿਆ। ਪਹਿਲਾਂ ਤਾਂ ਉੱਪਰ ਤਾਂ ਕਹਿੰਦੇ ਆ ਨਾ, ਯੂਰਪੀਅਨ ਪਾਰਲੀਮੈਂਟ 'ਚ ਸਪੀਚਸ ਦਿੰਦੇ ਜਾ ਕੇ ਕਿ ਤੁਸੀਂ ਆਓ, ਸਾਡੇ ਆਓ, ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਜਾ ਕੇ ਤੁਸੀਂ ਦੇਖਿਆ ਹੋਣਾ, ਫ੍ਰੈਂਚ ਜਦੋਂ ਇਲੈਕਸ਼ਨ ਹੁੰਦੀ ਸੀ, ਪਹਿਲਾਂ ਤੇ ਉਹ ਜਿਹੜੀ ਲਪੈਨ ਦੀ ਵਾਈਫ ਸੀ, ਉਹ ਪਹਿਲਾਂ ਲੜਦੀ ਸੀ ਕਿ ਸਾਡੇ ਇਮੀਗ੍ਰੈਂਟਸ ਆਉਣੇ ਨਹੀਂ ਚਾਹੀਦੇ। ਹਾਂਜੀ। ਫਿਰ ਉਹਨੇ ਸੋਚਿਆ ਵੀ ਮੈਕਰੋਨ ਨੇ ਆਪਣੀ ਪਪੂਲੈਰਿਟੀ ਬਣਾ ਲਈ ਹੈ, ਨਾ ਇਹ ਯੂਕਰੇਨ ਦੇ ਹੱਕ 'ਚ ਬੋਲਿਆ, ਨਾ ਇਹ ਰਸ਼ੀਆ ਦੇ ਹੱਕ 'ਚ ਬੋਲਿਆ, ਤੇ ਮੈਂ ਯੂਕਰੇਨ ਦੇ ਹੱਕ 'ਚ ਬੋਲ ਕੇ ਦੇਖ ਲੈਂਦੀ। ਹਾਂਜੀ। ਤੇ ਉਹ ਏਅਰਪੋਰਟ ਤੇ ਜਾਣ ਲੱਗ ਪਈ, ਬੱਚਿਆਂ ਨੂੰ ਚੱਕ ਕੇ ਲਿਆਇਆ ਕਰੇ, ਤੇ ਉਸ ਤੋਂ ਬਾਅਦ ਫੇਰ ਵੀ ਹਾਰ ਗਈ। ਲੋਕਾਂ ਨੇ ਦੇਖ ਲਿਆ ਪਹਿਲਾਂ ਗਾਲਾਂ ਕੱਢਦੀ ਹੁੰਦੀ ਸੀ ਤੇ ਹੁਣ ਬਿਲਕੁਲ ਹੀ ਬਦਲ ਗਈ ਹੈ ਜੀ। ਤੇ ਆਇਰਿਸ਼ ਕੈਬਨਿਟ ਵੀ ਇਹੀ ਹਾਲ ਹੈ। ਉੱਪਰੋਂ ਕਹੀ ਜਾਂਦੇ ਅਸੀਂ ਯੂਕਰੇਨੀਅਨ ਬੰਦਿਆਂ ਦੇ ਨਾਲ ਆ, ਯੂਕਰੇਨੀ ਲੋਕੀ ਸਾਡੇ ਆਉਣ, ਸਾਡੇ ਨਾਲ ਅਸੀਂ ਬਹੁਤ ਸੱਭਿਆਚਾਰਕ ਦੇਸ਼ ਬਣ ਗਏ ਹਾਂ। ਤੇ ਅੰਦਰੋਂ ਡਿਸਕਸ਼ਨ ਇਹ ਹੋ ਰਹੀਆਂ ਉਹਨਾਂ ਦੀਆਂ ਕਿ ਇਹ ਲੋਕ ਜਦੋਂ ਆਉਂਦੇ ਆ, ਇਹ ਘੁਲਦੇ ਮਿਲਦੇ ਨਹੀਂ। ਹਾਂਜੀ। ਸਾਨੂੰ ਵੀ ਇੱਥੇ ਇਦਾਂ ਹੀ ਕਹਿੰਦੇ। ਹਾਂਜੀ। ਸਾਡੇ ਵੀ ਇਹੀ ਕਹਿੰਦੇ ਹੁੰਦੇ, ਘੁਲਦੇ ਮਿਲਦੇ ਨਹੀਂ। ਤੁਸੀਂ ਦੇਖੋ, ਇਹ ਇੰਗਲੈਂਡ ਵਾਲੇ ਜਿਹੜੇ ਇੱਥੇ ਬੈਠੇ ਐਂਗਲੋ ਸੈਕਸਨਸ, ਇਹ ਸਾਨੂੰ ਕਹਿਣਗੇ ਆਪਣੇ ਦੇਸ਼ ਦੀਆਂ ਪ੍ਰੋਬਲਮ ਸਾਡੇ ਇੱਥੇ ਲੈ ਕੇ ਆਉਂਦੇ ਆ ਜੀ। ਜਦੋਂ ਸਾਡੇ ਕੋਈ ਕਮਿਊਨਿਟੀ ਦੇ ਵਿੱਚ ਕਈ ਝਗੜਾ ਪੈ ਜਾਂਦਾ, ਖਾਸ ਤੌਰ ਤੇ ਇੱਥੇ ਟੇਬਲਸ ਐਂਡ ਚੇਅਰਸ ਬਾਰੇ ਲੜਾਈ ਹੋਣ ਲੱਗ ਪਈ ਸੀ, ਤਾਂ ਇਹਨਾਂ ਨੂੰ ਪੁੱਛੇ ਵੀ ਤੁਸੀਂ ਦੇਖੋ, ਅਜੇ ਤਾਈਂ ਜੇ ਕੁਈਨ ਨੂੰ ਹੈੱਡ ਰੱਖਿਆ ਆ, ਇਦੋਂ ਵੱਧ ਕੀ ਹੋ ਸਕਦਾ ਜੀ। ਤੁਹਾਡਾ ਕਨੈਕਸ਼ਨ ਠੀਕ ਹੈ, ਸਾਡਾ ਕਨੈਕਸ਼ਨ ਗਲਤ ਹੈ। ਹਾਂਜੀ। ਜਿੰਨੀਆਂ ਛੁੱਟੀਆਂ ਆ ਉਹ ਕ੍ਰਿਸਚੀਅਨ ਛੁੱਟੀਆਂ ਆ ਇੱਥੇ ਜੀ, ਚਾਹੇ ਉਹ ਥੈਂਕਸ ਗਿਵਿੰਗ ਡੇ ਦੀ ਆ ਜਾਵੇ, ਚਾਹੇ ਕ੍ਰਿਸਮਸ ਦੀ ਆ ਜਾਵੇ। ਇਹ ਤੁਸੀਂ ਕਹਿੰਦੇ ਆ ਸੈਕੂਲਰ ਮੁਲਕ ਹੈ, ਸੈਕੂਲਰ ਮੁਲਕ ਨਹੀਂ ਹੈ। ਹਾਂਜੀ। ਜਿੰਨੀਆਂ ਛੁੱਟੀਆਂ ਉਹ ਕ੍ਰਿਸਚੀਅਨ ਛੁੱਟੀਆਂ ਇੱਥੇ ਬਾਕੀ ਵੀ ਰਹਿੰਦੇ ਆ, ਉਹਨਾਂ ਦੀ ਕੋਈ ਹੈ, ਕੋਈ ਈਦ ਦੀ ਛੁੱਟੀ ਕਰਦਾ, ਕੋਈ ਵਿਸਾਖੀ ਦੀ ਛੁੱਟੀ ਕਰਦਾ, ਦੀਵਾਲੀ ਦੀ ਛੁੱਟੀ ਕਰਦਾ, ਕੋਈ ਕੁਛ ਨਹੀਂ ਹੁੰਦਾ। ਇਹ ਜਿਹੜਾ ਘੁਲਣਾ ਮਿਲਣਾ ਹੈ ਨਾ, ਅਜੇ ਵੀ ਸੋਚਦੇ ਇਹੀ ਹੈ ਅਸਿਮੀਲੇਸ਼ਨ, ਕਿ ਸਾਡੇ ਵਿੱਚ ਆ ਕੇ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਸੀ ਫਰਸਟ ਨੇਸ਼ਨਸ ਦੇ, ਨੇਟਿਵਸ ਦੇ ਕਿਡਸ ਨੂੰ ਚੱਕ ਕੇ ਲਿਜਾਂਦੇ ਹੁੰਦੇ ਸੀ, ਕਿ ਇਹ ਸਾਡੇ ਵਰਗੇ ਹੋ ਜਾਣ, ਆਪਣੀ ਬੋਲੀ ਨਾ ਬੋਲਣ, ਆਪਣਾ ਸੱਭਿਆਚਾਰ ਭੁੱਲ ਜਾਣ, ਤੇ ਅਖੀਰ ਦੇ ਵਿੱਚ ਸਾਡੇ ਵਾਂਗੂ ਕ੍ਰਿਸਚੀਅਨ ਬਣ ਕੇ ਸਿਵਲਾਈਜ਼ਡ ਕਹਿੰਦੇ ਹੁੰਦੇ ਸੀ
ਕਿ ਇਹਨਾਂ ਨੂੰ ਸਿਵਲਾਈਜ਼ ਕਰਨਾ, ਅਸੀਂ ਇਹਨਾਂ ਨੂੰ ਸੱਭਿਅਕ ਬਣਾਉਣਾ। ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨਾਲੋਂ ਜ਼ਿਆਦਾ ਸੱਭਿਅਕ ਕੋਈ ਹੈ ਹੀ ਨਹੀਂ। ਇਹ ਸੱਭਿਅਤਾ ਦੀ ਭਾਸ਼ਾ ਇਹ ਸੀ ਕਿ ਕ੍ਰਿਸਚੀਅਨ ਬਣਨ ਤੇ ਕ੍ਰਿਸਚੀਅਨ ਰੱਬ ਹੀ ਠੀਕ ਆ, ਬਾਕੀਆਂ ਦਾ ਰੱਬ ਵੀ ਮਾੜਾ ਆ ਨਾ। ਹਾਂਜੀ। ਤੇ ਉਹ ਇਹ ਆਇਰਿਸ਼ ਦੀ ਕਹਿੰਦੇ ਹੁੰਦੇ ਦਿਲ ਕੇ ਅਰਮਾ ਆਂਸੂ ਮੇਂ ਬਹਿ ਗਏ, ਇਹਨਾਂ ਦੇ ਦਿਲ ਕੇ ਅਰਮਾ ਹੋਂਠੋਂ पे आ गए। ਹਾਂਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਇਹਨਾਂ ਦੇ ਜਿਹੜੇ ਦਿਲ ਦੇ ਅਰਮਾਨ ਸੀ ਉਹ ਬਿਲਕੁਲ ਸਾਹਮਣੇ ਆ ਗਿਆ ਜਦੋਂ ਇਹਨਾਂ ਦਾ ਕੈਬਨਿਟ ਦਾ ਜਿਹੜਾ ਮੈਂਬਰ ਸੀ ਜਦੋਂ ਇਹ ਲੀਕ ਹੋਇਆ। ਤੇ ਵੈਸੇ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਰੈੱਡ ਕਰਾਸ ਵਾਲੇ ਆ ਨਾ, ਉਹਨਾਂ ਵੱਲੋਂ 20,000 ਦੇ ਕਰੀਬ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨੇ ਉੱਥੇ ਉਹ ਵੰਡੀਆਂ ਜਾ ਰਹੀਆਂ ਨੇ। ਦੇਖੋ ਰੈੱਡ ਕਰਾਸ ਨੇ ਦੇਖਿਆ ਹੋਣਾ ਵੀ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਨੇ 20,000 ਦੇ ਵਿੱਚ ਦੇਖਿਆ ਹੋਣਾ ਕੀਮਤ ਕਿੰਨੀ ਆ। ਰੈੱਡ ਕਰਾਸ ਵਾਲੇ ਪ੍ਰੋਫਿਟ ਓਰੀਐਂਟਡ ਆ। ਹਾਂਜੀ। ਲੋਕਾਂ ਜੇ ਕਹਿੰਦੇ ਕਿ ਅਸੀਂ ਸੇਵਾ ਕਰਦੇ ਆ, ਇਹ ਕਦੇ ਨਾ ਕਿਸੇ ਸੰਕਟ ਤੇ ਪੈਸੇ ਇਕੱਠੇ ਕਰਦੇ ਹੁੰਦੇ। ਹਾਂਜੀ। ਹਰੇਕ ਸੰਕਟ ਦੇ ਵਿੱਚ ਪੈਸੇ ਇਕੱਠੇ ਕਰਦੇ। ਤੁਸੀਂ ਫਿਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਇਹਨਾਂ ਸੰਕਟ ਦੇ ਇਸ ਤੇ ਪੈਸੇ ਲਾਏ ਕਿੰਨੇ ਆ, ਤੁਹਾਨੂੰ ਇਹ ਫਿਰ ਜਵਾਬ ਦੇਣਗੇ ਅਸੀਂ ਸਾਡੇ ਤੋਂ ਪੈਸੇ ਬਚ ਗਏ ਅਸੀਂ ਕਿਸੇ ਹੋਰ ਸੰਕਟ ਦੇ ਲਾਤੇ। ਇਹ ਪ੍ਰਾਪਰਟੀ ਦਾ ਜਿਹੜਾ ਇਹਨਾਂ ਨੇ ਸਵਾਲ ਕੀਤਾ ਨਾ, ਇਹਨਾਂ ਨੇ ਉਹ ਪ੍ਰਾਪਰਟੀ ਦਿੱਤੀਆਂ ਹੋਣੀਆਂ ਜਿਹੜੇ ਢਿੱਠੀਆਂ ਆ ਜੀ, ਜਿਨ੍ਹਾਂ ਦੀ ਕੋਈ ਵਰਥ ਨਹੀਂ ਕਰਦੀ। ਹਾਂਜੀ। ਤਾਂ ਉਹਦੇ ਨਾਂ ਤੇ ਪੈਸੇ ਸਾਰੀ ਦੁਨੀਆ ਦੇ ਵਿੱਚੋਂ ਇਕੱਠੇ ਕਰਨੇ ਆ। ਜੀ ਜੀ। ਅਸਲੀ ਮਾਮਲਾ ਜਿਹੜਾ ਆ ਉਹ ਪੈਸੇ ਇਕੱਠੇ ਕਰਨ ਦਾ ਹੈ। ਇੰਡੀਆ ਦੇ ਵਿੱਚ ਸੁਨਾਮੀ ਆਈ ਸੀ ਨਾ। ਹਾਂਜੀ। ਤੇ ਉਹਦੇ ਨਾਂ ਤੇ ਇਹਨਾਂ ਨੇ ਬਹੁਤ ਪੈਸਾ ਇਕੱਠਾ ਕੀਤਾ ਜੀ। ਤੇ ਬਾਅਦ ਦੇ ਵਿੱਚ ਇਹਨਾਂ ਨੂੰ ਮੈਂ ਪੁੱਛਿਆ ਇੱਕ ਨੂੰ ਈਮੇਲ ਕਰਕੇ, ਤੇ ਉਹ ਕਹਿੰਦੇ ਨਹੀਂ ਅਸੀਂ ਉੱਥੇ ਉਨਾ ਪੈਸਾ ਨਹੀਂ ਲਾ ਸਕੇ ਕਿਉਂਕਿ ਸਾਡੇ ਤੋਂ ਜ਼ਿਆਦਾ ਪੈਸਾ ਇਕੱਠਾ ਹੋ ਗਿਆ ਸੀ। ਉਦੋਂ ਬਾਅਦ ਮੈਂ ਨਹੀਂ ਕਦੇ ਪੈਸਾ ਦਿੱਤਾ ਇਹਨਾਂ ਜੀ ਕਿ ਜਿਸ ਕੰਮ ਲਈ ਪੈਸੇ ਦਿੱਤੇ ਸੀ ਤੁਸੀਂ ਦੇ ਦਿਓ ਉਹਨਾਂ ਨੂੰ। ਹਾਂਜੀ। ਅਜੇ ਵੀ ਮੈਂ ਦੇਖਦਾ ਲੋਕੀ ਉੱਥੇ ਜਾ ਕੇ, ਤੁਸੀਂ ਆਂਧਰਾ ਪ੍ਰਦੇਸ਼ ਜਾ ਕੇ ਦੇਖੋ, ਉਸ ਸੁਨਾਮੀ ਦਾ ਸ਼ਿਕਾਰ ਅਜੇ ਵੀ ਬੇਘਰ ਲੋਕੀ ਫਿਰਦੇ ਆ। ਇਹ ਕਹਿੰਦੇ ਸਾਡੇ ਤੋਂ ਪੈਸਾ ਜ਼ਿਆਦਾ ਆ ਗਿਆ। ਹਾਂਜੀ। ਜੇ ਪੈਸਾ ਜ਼ਿਆਦਾ ਆ ਗਿਆ ਉਹਨਾਂ ਨੂੰ ਕੋਠੀਆਂ ਪਾ ਕੇ ਦੇ ਦਿਓ। ਜੀ ਬਿਲਕੁਲ। ਉਹ ਬੰਦੇ ਤਾਂ ਵਿਚਾਰੇ ਘਰੋਂ ਬੇਘਰ ਹੋਏ ਆ ਜੀ। ਤੁਸੀਂ ਕਹਿੰਦੇ ਸਾਡੇ ਤੋਂ ਪੈਸਾ ਜ਼ਿਆਦਾ ਆ ਗਿਆ ਸੀ, ਅਸੀਂ ਕਿਸੇ ਹੋਰ ਸੰਕਟ ਤੇ ਲਾਤਾ। ਪਰ ਜਿਹੜੇ ਕਾਜ਼ ਦੇ ਲਈ ਪੈਸੇ ਇਕੱਠੇ ਹੋਇਆ ਪਹਿਲਾਂ ਉਹਦਾ ਤਾਂ ਤੁਹਾਨੂੰ ਕਰਨਾ ਚਾਹੀਦਾ ਨਾ, ਸੋਲੂਸ਼ਨ ਉਹਦੇ ਤੇ ਲਾਉਣੇ ਚਾਹੀਦੇ ਆ। ਜਿੱਦਾਂ ਉਹ ਨਾਂ ਸੀ ਨਾ, ਸੁਨਾਮੀ ਵੱਡੀ ਗੱਲ ਸੀ। ਹਾਂਜੀ। ਇੰਟਰਨੈਸ਼ਨਲ ਨਿਊਜ਼ ਸੀ ਜੀ। ਉਹਦੇ ਨਾਂ ਤੇ ਪੈਸੇ ਜ਼ਿਆਦਾ ਇਕੱਠੇ ਹੋਏ ਜੀ। ਇੰਡੀਅਨਸ ਨੇ ਦਿੱਤੇ, ਹੋਰਨਾਂ ਨੇ ਵੀ ਦਿੱਤੇ। ਹਾਂਜੀ। ਤੇ ਉਹ ਪੈਸੇ ਜਿਹੜੇ ਜ਼ਿਆਦਾ ਇਕੱਠੇ ਹੋਏ, ਇੱਕ ਪਾਸੇ ਪੈਸੇ ਲਾਤੇ। ਅਸੀਂ ਉਹ ਵੀ ਗੱਲ ਕਰਾਂਗੇ ਵੀ ਕੰਟਰੈਕਟ ਵਗੈਰਾ ਕਿੱਦਾਂ ਦਿੰਦੇ ਆ, ਟੈਂਟ ਵਗੈਰਾ ਲੈਂਦੇ, ਉਹ ਚੋਂ ਪੈਸੇ ਖਾਂਦੇ ਆ ਇਹ। ਫਿਰ ਇਹਨਾਂ ਦੇ ਵੱਡੇ CEO ਜਿਹੜੇ ਆ ਮੈਨੇਜਮੈਂਟ ਦੇ ਵਿੱਚ, ਉਹਨੂੰ ਚੰਗੀਆਂ ਮੋਟੀਆਂ ਤਨਖਾਹਾਂ ਲੈਂਦੇ ਆ। ਹਾਂਜੀ ਬਿਲਕੁਲ। ਤੇ ਇਹ ਇੱਕ ਸੰਸਥਾ ਕਾਹਦੀ ਆ, ਇਹ ਇੱਕ ਮਲਟੀਨੈਸ਼ਨਲ ਕਾਰਪੋਰੇਸ਼ਨ ਹੈ। ਹਾਂਜੀ। ਤੇ ਉਹਦੇ ਨਾਂ ਤੇ ਬੇਸਿਸ ਤੇ ਵੀ ਜਿਹੜਾ ਸਵਾਲ ਕੀਤਾ ਨਾ, ਇੱਕ ਪਾਸੇ ਕਹਿਣਾ ਯੂਕਰੇਨ ਨੂੰ ਸਾਡੇ ਕੋਲ 20,000 ਪ੍ਰਾਪਰਟੀਆਂ ਆ, ਇਹ ਪੈਸੇ ਇਕੱਠੇ ਕਰਨ ਦਾ ਢੰਗ ਹੈ ਜੀ। ਕਿਉਂਕਿ ਜਦੋਂ ਵੀ ਕੁਦਰਤੀ ਆਫਤ ਆਉਂਦੀ ਹੈ, ਵੈਸੇ ਪੈਸੇ ਤਾਂ ਬਹੁਤ ਆਰਗੇਨਾਈਜੇਸ਼ਨਸ ਇਕੱਠੀਆਂ ਕਰਦੀਆਂ ਨੇ, ਪਰ ਲੋੜਵੰਦਾਂ ਤੱਕ ਕਿੰਨੇ ਪਹੁੰਚਦੇ ਆ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਸਭ ਤੋਂ ਹਾਸੇ ਵਾਲੀ ਗੱਲ ਸੀ, ਇੱਥੇ ਰੇਡੀਓ ਸਟੇਸ਼ਨ ਵਾਲੇ ਇੱਕ ਯੂਕਰੇਨ ਲਈ ਪੈਸਾ ਇਕੱਠਾ ਕਰਦੇ। ਹੁਣੇ ਕੱਲੇ ਅਮਰੀਕਾ ਵਾਲਿਆਂ ਨੇ 40 ਬਿਲੀਅਨ ਜੀ, 40,000 ਮਿਲੀਅਨ ਜੀ ਡਾਲਰ ਉਹਨਾਂ ਨੂੰ ਦਿੱਤਾ, ਅਮਰੀਕਨ ਡਾਲਰ। ਹਾਂਜੀ। ਜਿਨ੍ਹਾਂ ਦੇ ਕੋਲ ਬਿਲੀਅਨਸ ਆਫ ਡਾਲਰ ਜਾ ਰਹੇ ਹੋਣੇ, ਉਹਨਾਂ ਦੇ ਨਾਂ ਤੇ ਤੁਸੀਂ 2 ਲੱਖ ਇਕੱਠਾ ਕਰਕੇ ਖਾ ਗਏ ਆ। ਇਹ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਐਡੀ ਵੱਡੀ ਆਫਤ, ਐਡੀਆਂ ਵੱਡੀਆਂ ਸਰਕਾਰਾਂ ਉਹਨਾਂ ਨੂੰ ਪੈਸੇ ਦੇ ਰਹੀਆਂ। ਹਾਂਜੀ। ਤਾਂ ਤੁਸੀਂ ਕਿਉਂ ਦੇ ਰਹੇ $20 ਜੀ? ਆਪਣੀ ਮਿਹਨਤ ਦੀ ਕਮਾਈ ਇਹਨਾਂ ਦੀ ਕਿੱਥੇ ਜਾਂਦੀ ਹੈ, ਇਹਦੇ ਬਾਰੇ ਸਵਾਲ ਜ਼ਰੂਰ ਉਹਨਾਂ ਨੂੰ ਉਠਾਉਣਾ ਚਾਹੀਦਾ। ਤੁਸੀਂ ਤਾਂ ਰੇਡੀਓ ਸਟੇਸ਼ਨ ਵਾਲਿਆਂ ਨੂੰ ਦੇ ਰਹੇ ਨੇ। ਹਾਂਜੀ। ਜਿਹੜੇ ਇਕੱਠੇ ਕਰ ਰਹੇ ਜੀ। ਡਾਕਟਰ ਸਾਹਿਬ, ਓਬਾਮਾ ਦੇ ਇੱਕ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਨੈਟੋ ਦੀ ਮੈਂਬਰਸ਼ਿਪ ਲਈ ਯੂਕਰੇਨ ਦੀਆਂ ਜਿਹੜੀਆਂ ਸੰਭਾਵਨਾਵਾਂ ਸੀ ਉਹਦੇ ਬਾਰੇ ਚ ਝੂਠ ਬੋਲਿਆ। ਇਸ ਰਿਪੋਰਟ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ? ਕਹਿੰਦੇ ਹੁੰਦੇ ਬਿੱਲੀ ਥੈਲਿਓਂ ਬਾਹਰ ਆ ਗਈ। ਹਾਂਜੀ। ਤੇ ਉਹਨਾਂ ਨੇ ਸੱਚ ਕਹਿਤਾ। ਇੱਥੇ ਮੌਂਕ ਇੰਸਟੀਚਿਊਟ ਆ ਯੂਨੀਵਰਸਿਟੀ ਟੋਰਾਂਟੋ ਦੇ ਵਿੱਚ, ਉੱਥੇ ਡਿਬੇਟ ਕਰਾਇਆ ਸੀ, ਔਰ ਉਹ ਅੰਬੈਸਡਰ ਵੀ ਓਬਾਮਾ ਦੇ ਵੇਲੇ ਦੇ ਅੰਬੈਸਡਰ ਸੀ, ਅਮਰੀਕਨ ਅੰਬੈਸਡਰ ਰਸ਼ੀਆ ਦੇ ਵਿੱਚ ਸੀ। ਉਹ ਕਹਿੰਦੇ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ, ਇਹਨਾਂ ਨੂੰ ਅਮਰੀਕਾ ਵਾਲਿਆਂ ਨੂੰ, ਕਿ
ਯੂਕਰੇਨ ਜਿਹੜੀਆਂ ਸਾਡੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਹਾਂਜੀ। ਇਹਨਾਂ ਨੇ ਕਹਿੰਦੇ ਉਹਨੂੰ ਲਾਰਾ ਲਾਤਾ, ਅਸੀਂ ਤੈਨੂੰ ਨੇਟੋ ਦੀ ਮੈਂਬਰਸ਼ਿਪ ਦੇਵਾਂਗੇ। ਦੇ ਸਕਦੇ ਨੇ ਜਿੰਨਾ ਚਿਰ ਸਾਰੇ ਦੇਸ਼ ਨੇ ਸੰਬੰਧ ਕਹਿੰਦੇ ਮੈਂਬਰਸ ਨਾ, ਜਿੱਦਾਂ ਹੁਣ ਨਾਰਵੇ ਵਾਲਿਆਂ ਨੂੰ ਸਵੀਡਨ ਵਾਲਿਆਂ ਨੂੰ, ਫਿਨਲੈਂਡ ਵਾਲਿਆਂ ਨੂੰ ਵੀ ਇਹੀ ਕਹੀ ਜਾਂਦੇ ਆ। ਟਰਕੀ ਵਾਲੇ ਕਹਿੰਦੇ ਅਸੀਂ ਬਣ ਨਹੀਂ ਦੇਣੇ ਜੀ। ਉਹ ਕਹਿੰਦੇ ਇਹਨਾਂ ਨੇ ਟੈਰਰਿਸਟ ਸੰਭਾਲ ਕੇ ਰੱਖਿਓ ਉੱਥੇ ਜੀ। ਅੱਛਾ, ਇਹ ਜਿੰਨੀਆਂ ਹੋਰ ਸ਼ਰਤਾਂ ਸੀ ਉਹਨਾਂ ਨੂੰ ਯੂਕਰੇਨ ਪੂਰੀਆਂ ਨਹੀਂ ਸੀ ਕਰਦਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸ਼ਰੇਆਮ ਝੂਠ ਬੋਲਿਆ ਉਹਨਾਂ ਦੇ ਕੋਲ, ਤੇ ਉਹ ਝੂਠ ਬੋਲ ਕੇ ਫਸਾਤੇ। ਪਹਿਲਾਂ ਤਾਂ ਇਹ ਸਮਝਦੇ ਕਿ ਸ਼ਰਤਾਂ ਪੂਰੀਆਂ ਨਹੀਂ ਕਰਦਾ, ਔਰ ਉੱਪਰੋਂ ਇਹ ਕਹੀ ਗਏ ਕਿ ਅਸੀਂ ਇਹਨਾਂ ਨੂੰ ਨੇਟੋ ਦੇ ਵਿੱਚ ਲੈ ਲੈਣਾ ਜੀ। ਫਿਰ ਉਹਨਾਂ ਨੇ ਕਿਹਾ, ਰਸ਼ੀਆ ਨੇ ਕਿਹਾ ਕਿ ਇਹ ਸਾਡੇ ਗੁਆਂਢੀ ਆ, ਨਾਲ ਲੱਗਦਾ ਬਾਰਡਰ, ਇਹ ਨੇਟੋ ਦੇ ਮੈਂਬਰ ਨਹੀਂ ਬਣਨੇ ਚਾਹੀਦੇ। ਹਾਂਜੀ। ਤੇ ਹੁਣ ਜ਼ੈਲੈਂਸਕੀ ਵੀ ਕਹਿ ਰਹੇ ਨਹੀਂ ਅਸੀਂ ਤਾਂ ਐਪਲੀਕੇਸ਼ਨ ਕੀਤੀ ਨਹੀਂ, ਅਸੀਂ ਚਾਹੁੰਦੇ ਹੀ ਨਹੀਂ ਕਿ ਨੇਟੋ ਦੇ ਮੈਂਬਰ ਬਣਨ। ਹਾਂਜੀ। ਤੁਸੀਂ ਕੁੱਟ ਖਾ ਕੇ ਥੱਲੇ ਪੈ ਕੇ ਕਹਿਣਾ, ਪਹਿਲਾਂ ਹੀ ਕਹਿੰਦੇ ਹਜ਼ਾਰਾਂ ਬੰਦੇ ਮਰਾਤੇ ਤੁਸੀਂ। ਜਿਨ੍ਹਾਂ ਬੰਦਿਆਂ ਨੇ ਇਹ ਗੱਲ ਕਹੀ ਆ ਉੱਥੇ ਯੂਕਰੇਨ ਦੇ ਵਿੱਚ ਕਿ ਤੂੰ ਬੰਦੇ ਮਰਾਏ, ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ 'ਚ ਦਿੱਤਾ ਹੈ ਜੀ। ਤੇ ਇੱਥੇ ਨਾਰਥ ਅਮਰੀਕਾ ਦੇ ਮੀਡੀਆ ਨੇ ਕਸਮ ਖਾਧੀ ਆ ਕਿ ਇੱਕ ਵੀ ਖਬਰ ਨਹੀਂ ਤੁਸੀਂ ਪੜ੍ਹ ਸਕਦੇ ਨਾਰਥ ਅਮਰੀਕਾ ਦੇ ਵਿੱਚ ਕਿ ਉਹਨੇ ਸਾਰੀ ਆਪੋਜੀਸ਼ਨ ਜੇਲ੍ਹ 'ਚ ਦਿੱਤੀ ਹੈ। ਹਾਂਜੀ। ਜੇ ਕੋਈ ਇੱਥੇ ਕੋਈ ਕੰਮ ਕਰੇ ਨਾ, ਇੰਡੀਆ ਦੇ ਵਿੱਚ ਹੋ ਜਾਏ, ਪਾਕਿਸਤਾਨ ਦੇ ਵਿੱਚ ਹੋਏ, ਤੁਸੀਂ ਦੇਖਿਓ CNN ਤੇ ਰੋਜ਼ ਹੀ ਖਬਰ ਆਊਗੀ। ਹਾਂਜੀ, ਬਿਲਕੁਲ। ਯੂਕਰੇਨ ਦੀ ਕੋਈ ਖਬਰ ਨਹੀਂ ਆਉਂਦੀ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ। ਡਾਕਟਰ ਸਾਹਿਬ, ਵੈਸੇ ਤਾਂ ਇੱਕ ਪਾਸੇ ਸਾਰੇ ਗੱਲ ਕਰਦੇ ਆ ਜੀ ਭਾਰ ਘਟਾਉਣਾ ਚਾਹੀਦਾ, ਜਿਹੜੀ ਡਾਇਟ ਹੈਗੀ ਆ ਉਹ ਅਲੱਗ-ਅਲੱਗ ਤਰ੍ਹਾਂ ਦੀ ਲੋਕੀ ਫੋਲੋ ਕਰਦੇ ਆ, ਜਿਹੜਾ ਉਹਨਾਂ ਦਾ ਲਾਈਫ ਸਟਾਈਲ ਆ ਉਹਨੂੰ ਚੇਂਜ ਕਰਦੇ ਆ। ਤੇ ਹੁਣ ਇੱਕ ਐਕਸਪਰਟਸ ਦੀ ਸਟੱਡੀ ਆਈ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਪੋਰਸ਼ਨ ਸਾਈਜ਼ ਹੈਗੇ ਆ ਪ੍ਰੋਸੈਸਡ ਜਿੱਦਾਂ ਫੂਡ ਹੈਗੇ ਆ, 버ਗਰਸ, ਫਰਾਈਜ਼, ਜਿਹੜੇ ਆ ਫਾਸਟ ਫੂਡ ਹੈਗੇ ਆ, ਇਹਨਾਂ ਦੇ ਵਿੱਚ ਤਾਂ ਵਾਧਾ ਹੋਇਆ, 5 ਟਾਈਮਸ ਵਾਧਾ ਹੋਇਆ। ਦੇਖੋ ਇਹਨਾਂ ਦੇ ਸਿਰ ਤੇ ਤਾਂ ਇੱਕ ਪਾਸੇ ਤਾਂ ਜਿਹੜੇ ਭਾਰ ਘਟਾਉਣ ਵਾਲਿਆਂ ਦੀ ਇੰਡਸਟਰੀ ਚੱਲਦੀ ਹੈ, ਦੂਜੇ ਫਾਰਮੇਸੀ ਜਿਹੜੀ ਫਾਰਮਾਸਿਊਟੀਕਲ ਕੰਪਨੀਆਂ ਹੈ ਉਹਨਾਂ ਦਾ ਦਾ ਲੱਗਾ ਹੈ ਕਿ ਉਹ ਕਹਿੰਦੇ ਕਿ ਜੇ ਤੁਹਾਨੂੰ ਕੋਈ ਕਵੇ ਤੁਸੀਂ 5 ਮੀਲ ਤੁਰ ਕੇ ਆਉਣਾ, ਤੁਸੀਂ ਕਦੇ ਨਹੀਂ ਗੱਲ ਮੰਨਦੇ। ਤੁਹਾਨੂੰ ਕੋਈ ਕਵੇ ਆਹ ਗੋਲੀ ਲੈ ਲਿਆ ਕਰ, ਅਸੀਂ ਕਹਿੰਦੇ ਕਿ ਇਹ ਸੌਖਾ ਕੰਮ ਹੈ। ਹਾਂਜੀ। ਹੁਣ ਜਿਹੜੇ ਪੋਰਸ਼ਨ ਸਾਈਜ਼ ਹੈ, ਤੁਸੀਂ ਦੇਖੋ ਆ 버ਗਰ ਕਿੰਗ ਦੀ ਐਗਜ਼ਾਮਪਲ ਲੈ ਲਓ, ਇੱਕ ਵੋਪਰ ਦੇ ਵਿੱਚ 3 ਪੈਟੀਆਂ ਪਾ ਕੇ ਦਿੰਦੇ ਆ। ਹਾਂਜੀ। ਉਹਦੀਆਂ ਪੂਰੀਆਂ ਕੈਲੋਰੀਜ਼ ਹੈਗੀਆਂ 1500। ਇੱਕ ਔਰਤ ਨੂੰ, ਜੇ ਐਵਰੇਜ ਔਰਤ ਨੂੰ ਮੈਂ ਗੱਲ ਕਰਦਾ, 1600 ਤੋਂ 2400 ਕੈਲੋਰੀ ਤੇ ਕਹਿੰਦੇ ਹੋ। ਹਾਂਜੀ। ਇੱਕ ਮਰਦ ਨੂੰ 2000 ਤੋਂ 3000 ਕੈਲੋਰੀ ਤਾਈਂ, ਮਤਲਬ ਡਿਪੈਂਡ ਕਰਦਾ ਏਜ ਕਿੰਨੀ ਆ, ਸਾਈਜ਼ ਕਿੰਨਾ ਆ, ਕਿਸੇ ਦਾ ਕੰਮ ਕੀ ਕਰਦੇ ਆ। ਜੇ ਸਾਡੇ ਨੂੰ ਕੋਈ ਬੈਠਾ ਹੀ ਰਹਿੰਦਾ ਹੈ ਰੇਡੀਓ ਤੇ ਬੋਲਣਾ ਤਾਂ ਫਿਰ ਕੋਈ ਘੱਟ ਖਾਣਾ ਚਾਹੀਦਾ, ਮਤਲਬ ਨਹੀਂ ਤਾਂ ਆ ਕੇ ਡਕਾਰ ਮਾਰੀ ਜਾਊਂਗੀ। ਹੁਣ ਅੱਛਾ, ਇੱਕ ਪਾਸੇ ਤਾਂ ਜੇ ਇੱਕ ਵੇਲੇ ਤੁਸੀਂ 1500 ਕੈਲੋਰੀ ਖਾ ਲਈਆਂ, ਜੇ 3 ਵੇਲੇ ਏਦਾਂ ਖਾ ਲਈਆਂ ਤੁਸੀਂ 4500 ਖਾ ਲਈਆਂ ਇਕੱਲੇ 버ਗਰ ਦੇ ਵਿੱਚ ਹੀ। ਹਾਂਜੀ। ਤੇ ਫਿਰ ਦੇਖੋ ਇੱਥੇ ਸਾਡੀ ਇੰਡਸਟਰੀ ਹੈਗੀ ਆ, ਜਿਹੜੇ ਫਿਰ ਕਹਿੰਦੇ ਆ ਜਿਮ ਖੋਲੇ ਆ, ਉਹਨਾਂ ਨੇ ਤਰ੍ਹਾਂ ਦੇ ਫਾਰਮੂਲੇ ਬਣਾਏ ਆ ਕਿ ਤੁਸੀਂ ਭਾਰ ਕਿੱਦਾਂ ਘਟਾਉਣਾ। ਹਾਂਜੀ। ਅਮਰੀਕਾ ਦੇ ਵਿੱਚ ਉਹ 73 ਬਿਲੀਅਨ 73,000 ਮਿਲੀਅਨ ਡਾਲਰ ਦੀ ਇੰਡਸਟਰੀ ਆ। ਹਾਂਜੀ। ਜਿਹੜੀ ਤੁਹਾਨੂੰ ਦੱਸਦੀ ਹੈ ਕਿ ਭਾਰ ਕਿੱਦਾਂ ਘਟਾਉਣਾ। ਜੀ। ਦੁਨੀਆ ਦੇ ਵਿੱਚ 946 ਬਿਲੀਅਨ ਡਾਲਰ ਦੀ ਇੰਡਸਟਰੀ ਹੈ। ਹੁਣ ਇੱਕ ਪੁਰਾਣੀ ਹਿੰਦੁਸਤਾਨ ਦੀ ਗੱਲ ਸੁਣਾਉਂਦੇ ਹੁੰਦੇ ਆ ਕਿ ਕੋਈ ਵੈਦ ਹਕੀਮ ਸੀ ਪਿੰਡ ਦੇ ਵਿੱਚ, ਤਾਂ ਮੰਨਿਆ ਪ੍ਰਮੰਨਿਆ ਸੀ, ਉਹਨੇ ਸੋਚਿਆ ਕਿ ਗੁਰੂ ਕਾਲ ਦੇ ਵਿੱਚ ਲੋਕੀ ਜਿਹੜੇ ਵਿਦਵਾਨ ਆ ਉਹ ਖੋਜ ਕਰਦੇ ਆ, ਇਸ ਖੋਜ ਦਾ ਸਾਨੂੰ ਸਾਰਿਆਂ ਨੂੰ ਫਾਇਦਾ ਹੁੰਦਾ ਹੈ, ਮੈਂ ਜਾ ਕੇ ਇਹਨਾਂ ਦੀ ਸੇਵਾ ਕਰਦਾ, ਮੇਰੇ ਤੋਂ ਪੈਸੇ ਬਥੇਰੇ ਬਣਾਏ ਮੈਂ। ਹਾਂਜੀ। ਤੇ ਉਹ ਕਹਿੰਦੇ ਪਹਾੜੀ ਦੇ ਉੱਪਰ ਚੜ੍ਹ ਗਿਆ, ਪਹਾੜੀ ਦੇ ਉੱਪਰ ਸੀ ਗੁਰੂ ਕਾਲ, ਉਹਨੇ ਜਾ ਕੇ ਮੁਖੀਏ ਨਾਲ ਗੱਲ ਕੀਤੀ, ਕਹਿੰਦਾ ਕਿ ਮੈਂ ਇੱਥੇ ਵੈਦ ਹਕੀਮ ਆ, ਮੈਂ ਚਾਹੁੰਦਾ ਕਿ ਇੱਥੇ ਤੁਹਾਡੀ ਸੇਵਾ ਕੀਤੀ ਜਾਵੇ। ਉਹ ਕਹਿੰਦਾ ਭਾਈ ਤੈਨੂੰ ਚਲੋ ਚੰਗਾ ਕੰਮ ਹੈ, ਤੂੰ ਕੁਟੀਆ ਇੱਕ ਤੈਨੂੰ ਵੀ ਦੇ ਦਿੰਦੇ। ਉਹ ਕੁਟੀਆ ਦੇ ਵਿੱਚ ਬੈਠਾ ਰਿਹਾ, ਸੈਰ ਕਰਦਾ ਰਿਹਾ, ਉੱਥੇ ਦਵਾਈਆਂ ਬਣਾ ਕੇ ਬੈਠਾ ਰਹੇ। ਸਾਲ ਹੋ ਗਿਆ, ਉੱਥੇ ਕੋਈ ਬਿਮਾਰ ਹੋਇਆ ਹੀ ਨਾ ਬੰਦਾ। ਤੇ ਉਹ ਮੁਖੀਏ ਦੇ ਕੋਲ ਗਿਆ ਵਾਪਸ, ਕਹਿੰਦਾ ਕਿ ਤੁਸੀਂ ਕੀ ਕਰਦੇ, ਤੁਹਾਨੂੰ ਰੱਬ ਨੇ ਕੋਈ ਬਖਸ਼ੀ ਚੀਜ਼,
ਤੁਸੀਂ ਬਿਮਾਰ ਹੀ ਨਹੀਂ ਹੁੰਦੇ, ਮੈਂ ਤਾਂ ਇੱਥੇ ਤਾਂ ਆਇਆ ਸੀ ਤੁਹਾਡੀ ਸੇਵਾ ਕਰਾਂ। ਉਹ ਮੁਖੀਆ ਕਹਿੰਦਾ ਕਿ ਨਹੀਂ, ਸਾਨੂੰ ਰੱਬ ਦੀ ਕੋਈ ਬਖਸ਼ਿਸ਼ ਨਹੀਂ, ਅਸੀਂ 3 ਗੱਲਾਂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਦੇ ਆ ਇੱਥੇ ਪਹਾੜੀ ਤੇ ਲੋਕੀ ਤੁਰੇ ਫਿਰਦੇ ਨਾ। ਹਾਂਜੀ। ਉਹ ਕਹਿੰਦਾ ਅਸੀਂ ਸਾਰੇ ਹੀ ਕਸਰਤ ਜ਼ਰੂਰ ਕਰਦੇ ਹਾਂ, ਕੋਈ ਘੰਟਾ ਕਰਦਾ, ਕੋਈ 2 ਘੰਟੇ ਕਰਦਾ, ਕੋਈ 2.5 ਘੰਟੇ ਕਰ ਲੈਂਦਾ। ਇਹਦੇ ਨਾਲ ਇਹਨਾਂ ਦਾ ਦੇਖੋ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਦੂਸਰੀ ਗੱਲ ਕਹਿੰਦਾ ਅਸੀਂ ਭੁੱਖ ਜਿੰਨਾ ਚਿਰ ਲੱਗਦੀ ਨਹੀਂ ਉਹਨਾਂ ਚਿਰ ਖਾਣਾ ਨਹੀਂ ਖਾਂਦੇ। ਇੱਥੇ ਸਾਡੇ ਤਾਂ ਹੈਗਾ ਨਹੀਂ 7 ਵਜੇ ਖਾਣਾ ਆ, 12 ਵਜੇ ਖਾਣਾ, ਇਹ ਟਾਈਮ ਦੇ ਹਿਸਾਬ ਨਾਲ ਤਾਂ ਕਲੌਕ ਲਾਇਆ ਹੈ ਤੁਸੀਂ। ਹਾਂਜੀ। ਤੁਸੀਂ ਹੋ ਸਕਦਾ ਇਹ ਕਿਸੇ ਕਲੌਕ ਦੇ ਹਿਸਾਬ ਦੇ ਨਾਲ ਕਾਰ ਨੂੰ ਫੁੱਲ ਕਰਨਾ ਹੋਵੇ, ਪਰ ਸਰੀਰ ਨੂੰ ਕਿਉਂ ਫੁੱਲ ਕਰਨਾ? ਤੁਸੀਂ ਜੇ ਭੁੱਖ ਲੱਗੂਗੀ ਤਾਂ ਖਾਓ, ਨਹੀਂ ਤਾਂ ਨਾ ਖਾਓ, ਸਿੱਧਾ ਹਿਸਾਬ ਹੈ। ਤੀਸਰੀ ਗੱਲ ਉਹ ਕਹਿੰਦਾ ਅਸੀਂ ਭੁੱਖ ਰੱਖ ਕੇ ਖਾਂਦੇ ਹਾਂ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਹੁਣ ਇਹਦੀ ਮੈਨੂੰ ਕੋਈ ਸਿਹਤ ਵਿਗਿਆਨੀ ਇੱਥੇ ਦੱਸਦਾ ਸੀ, ਉਹ ਕਹਿੰਦਾ ਦੇਖੋ ਕਾਰ ਹੈ, ਇੱਕ ਕਾਰ ਦੇ ਵਿੱਚ ਅਸੀਂ ਗੈਸ ਪਵਾਉਂਦੇ ਹਾਂ, ਪੈਟਰੋਲ ਪਾਉਂਦੇ ਹਾਂ, ਉਹਦੇ ਵਿੱਚ ਉਹ એનર્ਜੀ ਆ, ਜਿੱਦਾਂ ਸਾਡੇ ਬਾਡੀ ਦੇ ਵਿੱਚ ਕੈਲਰੀਜ਼ ਪਾਉਂਦੇ ਅਸੀਂ, ਕੁਝ ਖਾਂਦੇ ਹਾਂ ਤਾਂ ਉਹਦੇ ਨਾਲ ਤੁਰਦੇ ਫਿਰਦੇ ਹਾਂ ਅਸੀਂ। ਹਾਂਜੀ। ਕਾਰ ਚੱਲਦੀ ਆ, ਪਰ ਕਾਰ ਦੇ ਵਿੱਚ ਤਾਂ ਉਹਨਾਂ ਨੇ ਇੱਕ ਯੰਤਰ ਲਾਇਆ ਹੈ, ਜੇ ਤੁਸੀਂ ਜ਼ਿਆਦਾ ਭਰ ਦਿੰਦੇ ਆ ਤਾਂ ਉਹ ਆਪਣੇ ਆਪ ਹੀ ਬੰਦ ਹੋ ਜਾਂਦਾ ਪੈਟਰੋਲ ਪੈਣੋਂ। ਹਾਂਜੀ। ਪਰ ਸਾਡੇ ਉਹ ਯੰਤਰ ਹੈ ਨਹੀਂ ਜੀ। ਬਿਲਕੁਲ। ਜੇ ਸਾਡੇ ਵੀ ਗਲੇ 'ਚ ਇਦਾਂ ਦਾ ਹੋਵੇ ਵੀ ਅਖੀਰਲੀ ਬੁਰਕੀ ਜਾਣੀ ਨਹੀਂ ਅੰਦਰ, ਤਾਂ ਫਿਰ ਅਸੀਂ ਖਾਣਾ ਬੰਦ ਕਰ ਦਈਏ। ਵੈਸੇ ਕਈ ਲੋਕੀ ਓਵਰ ਈਟ ਕਰਦੇ ਬਹੁਤ ਆ। ਇਹ ਓਵਰ ਈਟਿੰਗ ਹੀ ਹੋ ਰਹੀ। ਹਾਂਜੀ। ਕੋਈ ਬੰਦੇ ਕਹਿਣਗੇ ਅੱਜ ਸਾਗ ਸਵਾਦ ਬਣਿਆ ਸੀ, ਮੈਂ 4 ਰੋਟੀਆਂ ਜ਼ਿਆਦਾ ਖਾ ਲਈਆਂ। ਕਹਿਣਗੇ ਭੁੱਖ ਤਾਂ ਹੈ ਨਹੀਂ ਸੀ। ਵੈਸੇ ਜੇ ਸਵਾਦ ਨਾਲ ਚੀਜ਼ ਖਾਣੀ ਹੋਵੇ ਨਾ, ਤੁਹਾਨੂੰ 1 ਰੋਟੀ ਦਾ ਸਵਾਦ ਹੁੰਦਾ ਵੈਸੇ। ਹਾਂਜੀ। ਦੂਜੀਆਂ ਤਾਂ ਐਵੇਂ ਤੁੰਨਣ ਵਾਲੀ ਗੱਲ ਹੁੰਦੀ ਆ ਤੇ ਤੁੰਨੀ ਜਾਂਦੇ। ਆਹ ਦੇਖੋ 버ਗਰ ਖਾਣ ਲੱਗੇ ਆ 1500 ਕੈਲਰੀ ਵਾਲੇ, ਜੇ 2 ਖਾ ਲਓਗੇ ਇੱਕ ਵਾਰੀ ਤਾਂ 3000 ਤਾਂ ਇੱਕ ਵਾਰੀ ਹੋ ਗਿਆ ਤੁਹਾਡਾ। ਵੈਸੇ ਵੀ ਡਾਕਟਰ ਸਾਹਿਬ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਲੋਕ ਬਹੁਤ ਫਿਟਨੈਸ ਫਰੀਕ ਹੋਇਆ, ਪਤਾ ਕੀ ਕਰਦੇ, ਜਿਵੇਂ ਜਿਮ ਜਾਣਾ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਹੈ ਜੀ ਆਪਾਂ 5 ਦਿਨ ਜਿਮ ਜਾਣਾ ਤੇ 2 ਦਿਨ ਆਪਣੇ ਜਿਹੜੇ ਹੈਗੇ ਚੀਟ ਮੀਲ ਖਾਣਾ ਆਪਾਂ ਨੇ। ਹੁਣ ਜਿਹੜਾ 5 ਦਿਨ ਵਰਕਆਊਟ ਕੀਤਾ ਉਹ 2 ਦਿਨ ਦੇ ਵਿੱਚ ਉਹ ਇਹ ਮਨ ਨੂੰ ਸਮਝਾ ਲੈਂਦੇ ਆ ਵੀ ਬਹੁਤ ਵਰਕਆਊਟ ਕੀਤਾ ਸੀ, 2 ਦਿਨ ਤਾਂ ਜੋ ਮਰਜ਼ੀ ਖਾ ਲਓ। ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਕਿ ਜਿਹੜੇ ਪੋਰਸ਼ਨ ਸਾਈਜ਼ ਆ ਉਹ ਇਨਕਰੀਜ਼ ਹੋਏ ਆ। ਆਈ ਨੋ। ਇੱਥੇ ਤੁਸੀਂ ਦੇਖੋ ਨਵੇਂ ਸਾਲ ਤੇ ਬੰਦੇ ਰੈਜ਼ੋਲੂਸ਼ਨ ਬਣਾਉਂਦੇ ਆ, ਮਤਾ ਬਣਾਉਂਦੇ ਆ ਕਿ ਅਗਲੇ ਸਾਲ ਤੋਂ ਪਹਿਲੀ ਤੋਂ ਸ਼ੁਰੂ ਕਰਕੇ ਨਾ ਫਿਰ ਉਹਨਾਂ ਦਿਨਾਂ ਦੇ ਵਿੱਚ ਇੰਨਾ ਖਾਂਦੇ ਜਿੱਦਾਂ ਪਸ਼ੂ ਖਾਂਦੇ ਹੁੰਦੇ। ਦਸੰਬਰ ਦੇ ਵਿੱਚ ਵੀ ਮੈਂ 1 ਜਨਵਰੀ ਤੋਂ ਸ਼ੁਰੂ ਕਰ ਦੇਣੀ ਹੈ। ਅੱਛਾ, ਉਹਦੇ ਨਾਲ ਵੀ ਦੇਖੋ ਕੰਪਨੀਆਂ ਨੇ ਸਾਡਾ ਦਿਮਾਗ ਕਿੱਦਾਂ ਖਰਾਬ ਕੀਤਾ ਹੈ। ਇਹ ਸੂਟ ਲੈਣਗੇ, ਸ਼ੂਜ਼ ਲੈਣਗੇ ਮਹਿੰਗੇ, ਫਿਰ ਆਈਫੋਨ ਬਾਂਹ ਤੇ ਟੰਗਿਆ ਹੁੰਦਾ ਉਹ ਸਟੈਪ ਗਿਣਨ ਲਈ ਨਾ। ਹਾਂਜੀ। ਸਾਰੀ ਉਹ ਜਿਹੜਾ ਲਟਰਮ ਪਟਰਮ ਲੈਣ ਲਈ ਕੋਈ $1000 ਤੋਂ ਵੱਧ ਖਰਚਣਗੇ। ਹਾਂਜੀ। ਮੈਂਬਰਸ਼ਿਪ ਲੈਣਗੇ $1000 ਦੀ। ਫਿਰ ਦੇਖੋ ਜਦੋਂ ਨਾ ਨਿਊ ਈਅਰ ਹੁੰਦਾ ਸਭ ਤੋਂ ਜ਼ਿਆਦਾ ਲੋਕ ਉਦੋਂ ਜਿਮ ਮੈਂਬਰਸ਼ਿਪ ਲੈਂਦੇ ਆ, ਸਾਈਨ ਅਪ ਕਰਦੇ ਆ ਕਿ ਬਸ ਹੁਣ ਤਾਂ ਮਨ ਬਣਾ ਲਿਆ, ਰੈਜ਼ੋਲੂਸ਼ਨ ਲੈ ਲਿਆ ਕਿ ਸਾਰਾ ਸਾਲ ਜਿਮ ਜਾਣਾ ਹੀ ਜਾਣਾ। ਤੁਸੀਂ 2 ਜਨਵਰੀ ਨੂੰ ਜਾ ਕੇ ਦੇਖ ਲਓ, ਉੱਥੇ ਜਗ੍ਹਾ ਨਹੀਂ ਲੱਭਦੀ। ਹਾਂਜੀ। ਤੇ 31 ਨੂੰ ਉੱਥੇ ਬੰਦਾ ਨਹੀਂ ਲੱਭਦਾ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਮਹੀਨਾ ਨਹੀਂ ਘੱਟ ਹੁੰਦਾ ਬੰਦਿਆਂ ਦਾ। ਹਾਂਜੀ। ਜੇ ਤੁਸੀਂ ਖਾਓ ਹੀ ਘੱਟ, ਸਭ ਤੋਂ ਪਹਿਲਾਂ ਜੇ ਅਸੀਂ ਜਿੱਦਾਂ ਕਾਰ ਭਰ ਜਾਂਦੀ ਏਦਾਂ ਸੋਚ ਲਈਏ ਕਿ 1 ਰੋਟੀ ਖਾ ਲਈ ਸਵਾਦ ਠੀਕ ਹੈ, ਉਹ ਜ਼ਰੂਰ ਥੋੜਾ ਵੀ 8 ਪਰੌਂਠੇ ਖਾ ਕੇ। ਜੀ ਡਾਕਟਰ ਸਾਹਿਬ ਤੁਸੀਂ ਬਿਲਕੁਲ ਕਿਹਾ ਕਿ ਬੈਲੈਂਸਡ ਡਾਈਟ ਹੋਣੀ ਚਾਹੀਦੀ ਆ, ਘੱਟ ਹੋਣੀ ਚਾਹੀਦੀ। ਹਾਂਜੀ। ਇਹ ਪੋਰਸ਼ਨ ਘੱਟ ਕਰ ਲਓ, ਕੋਈ ਤੁਹਾਨੂੰ ਡਾਈਟ ਕਰਨ ਦੀ ਲੋੜ ਨਹੀਂ ਹੈ, ਕੋਈ ਤੁਹਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਹੈ, ਤੇ ਕੋਈ ਇਹ ਵੀ ਗੱਲ ਨਹੀਂ ਵੀ ਤੁਸੀਂ 10 ਘੰਟੇ ਤੁਰੇ ਹੀ ਫਿਰੋ। ਤੁਸੀਂ 45 ਮਿੰਟ ਤੁਰ ਲਿਆ ਬਹੁਤ ਹੈ। ਹਾਂਜੀ। ਤੁਸੀਂ ਜਿਹੜੀ ਇੱਕ ਹੁਣ ਪਿੱਛੇ ਜਿਹੇ ਇੰਟਰਵਿਊ ਕਰਦੇ ਸੀ, 118 ਸਾਲ ਦੀ ਨਨ ਹੈ, ਇਟਲੀ ਦੇ ਵਿੱਚ ਰਹਿੰਦੀ। ਉਹਨੂੰ ਪੁੱਛਿਆ ਕਿ ਤੂੰ ਕੀ ਖਾਨੀ ਹੁੰਨੀ, ਉਹ ਲੋਕਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਵੀ ਖਾਨੀ ਕੀ ਹੈ। 118 ਸਾਲਾਂ ਦੀ ਹੋ ਗਈ ਜੀ। ਉਹ ਕਹਿੰਦੀ ਮੈਂ ਵਾਈਨ ਵੀ ਪੀਨੀ ਆ, ਮੈਂ ਚਾਕਲੇਟ ਵੀ ਖਾਨੀ ਆ, ਪਰ ਹਰ ਚੀਜ਼ ਬੈਲੈਂਸ ਦੇ ਵਿੱਚ ਖਾਨੀ ਜੀ, ਤਾਂ ਘੱਟ ਖਾਨੀ ਜੀ। ਮਤਲਬ ਇਹ ਨਹੀਂ ਵੀ 2 ਬੋਤਲਾਂ ਵਾਈਨ ਦੀਆਂ ਪੀ ਲਈਆਂ ਤਾਂ ਕਿਲੋ ਮੈਂ ਚਾਕਲੇਟ ਖਾ ਲਈ ਜੀ। ਜੇ ਖਾਣਾ ਹੈ ਥੋੜਾ ਜਿਹਾ, ਜਿਹਦਾ ਇੱਕ ਤੁਹਾਨੂੰ ਪੀਸ ਦੇ ਨਾਲ ਵੀ ਓਨਾ ਹੀ ਮਜ਼ਾ ਆਉਂਦਾ ਤਾਂ 10 ਪੀਸਾਂ ਦੇ ਨਾਲ ਵੀ ਓਨਾ ਹੀ ਮਜ਼ਾ ਆਉਂਦਾ
ਜੀ ਡਾਕਟਰ ਸਾਹਿਬ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਇਸੇ ਨੋਟ ਤੇ ਆਪਾਂ ਕਹਿ ਲਓ ਕਿ ਇਹ ਜਿਹੜੀ ਨਿਊਜ਼ ਹੈ ਇਹਨੂੰ ਸਮ ਅਪ ਕਰ ਦਿੰਦੇ ਆ। ਤੇ ਅੱਜ ਦਾ ਵਿਚਾਰ ਜੀ, ਅੱਜ ਦਾ ਵਿਚਾਰ ਹੈ ਕਿ ਮੂਰਖ ਜੋ ਸੁਣਦਾ ਉਸ ਤੇ ਯਕੀਨ ਕਰਦਾ। ਵਾਹ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪ੍ਰੋਗਰਾਮ ਸੰਬੰਧੀ ਤੁਸੀਂ ਆਪਣੇ ਸੁਝਾਅ ਵੀ ਸਾਨੂੰ ਦੇ ਸਕਦੇ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਸਟੂਡੀਓ ਦਾ ਨੰਬਰ ਹੈ 6045929191 604-592-9191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਜੀ ਰੇਡੀਓ ਇੰਡੀਆ 11 ਟਨ ਦੇ ਨਾਂ ਹੇਠ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।